ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਨ੍ਰਿਪ ਬਿਬੇਕ ਕੀ ਸੈਨ ਮਹਿ। ਸੈਨਾਪਤ ਏ ਚਾਰ। ਮੋਹ ਕਟਕ ਕੋ ਜੀਤ ਕੈ ਛਿਨ ਮਹਿ ਲੇਵਤ ਮਾਰ। ਨ੍ਰਿਪ ਬਿਬੇਕ ਕੀ ਸੈਨ ਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸਤਿਗੁਰੂ ਜੀ ਦੇ ਪਵਿੱਤਰ ਜਸ ਦੀ ਕਥਾ ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਪੰਥਵਾਲੀ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਜੋਤੀ ਜੋਤ ਗੁਰਪੁਰਬ ਹੈ। ਕੱਲ੍ਹ ਦੇ ਦਿਨ ਤਕਰੀਬਨ ਭਾਰਤ ਦੇ ਅੰਦਰ ਅੱਜ ਹੀ ਜੋ ਦਿਨ ਚੜ੍ਹ ਰਿਹਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਉੱਥੇ ਬਹੁਤ ਸ਼ਰਧਾ ਪਿਆਰ ਨਾਲ ਸਤਿਗੁਰਾਂ ਜੀ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਮਹਾਰਾਜ ਜੀ ਦਾ ਸੱਚਖੰਡ ਜਾਣ ਦਾ ਇਹ ਦਿਨ ਬਹੁਤ ਪਿਆਰ ਸ਼ਰਧਾ ਨਾਲ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਸੰਖੇਪ ਰੂਪ ਵਿੱਚ ਕਥਾ ਕੱਲ੍ਹ ਸਵੇਰ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਜਦੋਂ ਕੱਲ੍ਹ ਦੀ ਭਾਵ ਅੱਜ ਦੀ ਚੜ੍ਹੇ ਹੋਏ ਦਿਨ ਦੀ ਸ਼ਾਮ ਹੋਵੇਗੀ ਭਾਰਤ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗਰੀਬ ਨਵਾਜ਼ ਨੇ ਪਰਉਪਕਾਰ ਇਸ ਕਾਇਨਾਤ ਦੇ ਉੱਪਰ ਇਸ ਭਾਰਤ ਵਰਸ਼ ਦੇ ਉੱਪਰ ਸਤਿਗੁਰਾਂ ਜੀ ਨੇ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ
ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੇ ਅਸਥਾਨ 'ਤੇ ਮਹਾਰਾਜ ਜੀ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੇ ਗੁਰਿਆਈ ਦੀ ਰਸਮ ਕੀਤੀ। ਸੱਚੇ ਪਾਤਸ਼ਾਹ ਜੀ ਆਪ ਜੋਤੀ ਜੋਤ ਸਮਾਏ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਇਤਿਹਾਸ ਆਵੇਗਾ, ਆਪਾਂ ਸਵੇਰ ਦੇ ਵਕਤ ਭਾਵ ਭਾਰਤ ਦੇ ਵਿੱਚ ਸ਼ਾਮ ਦੇ ਵਕਤ ਇਹ ਸਮਾਂ ਹੋਵੇਗਾ, ਆਪਾਂ ਸਰਵਣ ਕਰਾਂਗੇ ਜੋ ਲੜੀਵਾਰ ਕਥਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ। ਕਵਿਰਾਜ ਮੰਗਲਾਚਰਨ ਕਰਦੇ ਹੋਏ ਵਾਹਿਗੁਰੂ ਨਾਮ ਦੀ ਮਹਿਮਾ ਕਹਿ ਰਹੇ ਹੈ ਅਤੇ ਵਾਹਿਗੁਰੂ ਨਾਮ ਨੂੰ ਸਭ ਨਾਮਾਂ ਤੋਂ ਵਿਸ਼ੇਸ਼ ਕਵਿਰਾਜ ਜੀ ਨੇ ਕਥਨ ਕੀਤਾ ਹੈ। ਆਖਿਆ ਹੈ ਇਹ ਨਾਮ ਵੇਦਾਂ ਕਿਤਾਬਾਂ ਤੋਂ ਅਗੋਚਰ ਹੈ। ਸਤਿਗੁਰਾਂ ਜੀ ਨੇ ਇਹ ਵਾਹਿਗੁਰੂ ਮੰਤਰ ਚੌਹਾਂ ਯੁੱਗਾਂ ਦਾ ਹੀ ਫਲਦਾਤਾ ਬਣਾਇਆ ਹੈ। ਚੌਹਾਂ ਯੁੱਗਾਂ ਦੇ ਜਾਪ ਦਾ ਫਲ ਇੱਕੋ ਹੀ ਜਾਪ ਕਰਨੇ ਕਰਕੇ ਪ੍ਰਾਪਤ ਹੋ ਜਾਂਦਾ ਹੈ। ਸਾਰੇ ਜਪ ਤਪ ਸਫਲੇ ਹੋ ਜਾਂਦੇ ਹੈ। ਸਭ ਸ਼ਕਤੀਆਂ ਇਸ ਮੰਤਰ ਵਿੱਚੋਂ ਪ੍ਰਕਾਸ਼ਦੀਆਂ ਨੇ। ਸਭ ਦਾਤਾਂ ਦੇ ਦੇਣ ਵਾਲਾ ਇਹ ਸਮਰੱਥ ਦਾਤਾ ਹੈ ਗੁਰਮੰਤਰ। ਜਿਵੇਂ ਕਵਿਰਾਜ ਜੀ ਹੋਰ ਨਾਮ ਦੀ ਮਹਿਮਾ ਵਾਹਿਗੁਰੂ ਮੰਤਰ ਦੀ ਮਹਿਮਾ ਕਹਿੰਦੇ ਹੈ। ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨ੍ਰਿਪ ਬਿਬੇਕ ਕੀ ਸੈਨ ਮਹਿ। ਕਵਿਰਾਜ ਜੀ ਵਾਹਿਗੁਰੂ ਮੰਤਰ ਦੀ ਮਹਿਮਾ ਕਰਦੇ ਹੈ। ਜੋ ਚਾਰ ਵਰਨ ਨੇ ਉਹਨਾਂ ਚੌਹਾਂ ਵਰਨਾਂ ਦਾ ਇਹ ਕਲਿਆਣਕਾਰੀ ਮੰਤਰ ਹੈ। ਫਿਰ ਚਾਰ ਆਸ਼ਰਮ ਮੰਨੇ ਹੈ। ਉਹਨਾਂ ਚੌਹਾਂ ਆਸ਼ਰਮਾਂ ਵਾਲਿਆਂ ਨੂੰ ਵੀ ਇਹ ਕਲਿਆਣ ਦੇਣ ਵਾਲਾ ਵਾਹਿਗੁਰੂ ਮੰਤਰ ਹੈ। ਜੇ ਛਤਰੀ ਜਾਪ ਕਰਦਾ ਉਹਨੂੰ ਧਰਮ ਲਈ ਜੂਝਣ ਵਾਸਤੇ ਬਲ ਦਿੰਦਾ ਏ। ਜੇਕਰ ਕੋਈ ਬ੍ਰਹਮ ਨੂੰ ਮਿਲਣ ਵਾਸਤੇ ਇਸ ਮੰਤਰ ਦਾ ਜਾਪ ਕਰਦਾ ਬ੍ਰਹਮ ਦਾ ਸਪਰਸ਼ ਦਿੰਦਾ ਹੈ ਇਹ ਵਾਹਿਗੁਰੂ ਮੰਤਰ। ਪਰਮੇਸ਼ਰ ਵਿੱਚ ਅਭੇਦਤਾ ਦੀ ਦਾਤ ਬਖਸ਼ਿਸ਼ ਕਰਦਾ ਹੈ। ਜੇਕਰ ਕਿ ਕੋਈ ਸ਼ੂਦਰ ਹੈ, ਸਮਾਜ ਨੇ ਉਸ ਨੂੰ ਦੁਤਕਾਰ ਦਿੱਤਾ ਏ, ਉਹਦੇ ਨੀਵੇਂ ਪੁਣੇ ਦੀ ਜਿਹੜੀ ਜਾਤ ਦੀ ਗਲਾਨ ਹੈ ਉਹਨੂੰ ਮੇਟ ਕੇ ਸਭ ਦਾ ਪੂਜਕ ਬਣਾ ਦੇਣ ਵਾਲਾ ਹੈ ਇਹ ਵਾਹਿਗੁਰੂ ਮੰਤਰ। ਫਿਰ ਜਿਹੜਾ ਕੋਈ ਵੈਸ਼ਵ ਹੈ ਉਹਦੀ ਕੀਤੀ ਹੋਈ ਕਿਰਤ ਕਮਾਈ ਨੂੰ ਸਫਲਿਆਂ ਕਰ ਦੇਣ ਵਾਲਾ ਹੈ ਇਹ ਵਾਹਿਗੁਰੂ ਮੰਤਰ। ਚੌਹਾਂ ਵਰਨਾਂ ਦਾ ਹੀ ਕਲਿਆਣਕਾਰੀ ਹੈ। ਜੇ ਕੋਈ ਬ੍ਰਹਮਚਾਰੀ ਇਸ ਦਾ ਜਾਪ ਕਰਦਾ ਤੇ ਉਹਨੂੰ ਬ੍ਰਹਮਚਰਜ ਵਿੱਚ ਅੰਦਰੋਂ ਬਾਹਰੋਂ ਜਿਹੜਾ ਹੈ ਸਥਿਤ ਕਰ ਦਿੰਦਾ ਹੈ, ਪਰਪੱਕ ਕਰ ਦਿੰਦਾ ਹੈ। ਜੇ ਕੋਈ ਗ੍ਰਸਤੀ ਇਸ ਦਾ ਜਾਪ ਕਰਦਾ ਹੈ ਤੇ ਉਹਦੇ ਗ੍ਰਸਤ ਧਰਮ ਨੂੰ ਇਹ ਸਫਲਿਆਂ ਕਰ ਦਿੰਦਾ ਹੈ। ਸੰਸਾਰ ਦੇ ਅੰਦਰ ਚੰਗੀ ਔਲਾਦ ਨੂੰ ਉਹ ਜਨਮ ਦਿੰਦਾ ਹੈ ਜਿਹੜੀ ਧਰਮ ਵਾਸਤੇ ਆਪਣਾ ਆਪਾ ਵਾਰਦੀ ਹੈ। ਇਸ ਤਰ੍ਹਾਂ ਗ੍ਰਸਤੀ ਦਾ ਗ੍ਰਸਤ ਧਰਮ ਸਫਲ ਹੋ ਜਾਂਦਾ ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ। ਸਤਿਗੁਰਾਂ ਜੀ ਨੇ ਰਹਿਤਨਾਮਿਆਂ ਵਿੱਚ ਵੀ ਆਗਿਆ ਕੀਤੀ ਹੈ ਨਾ ਕਿ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੈ ਅਪਾਰ ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰੰਬਾਰ। ਵਾਹਿਗੁਰੂ ਵਾਹਿਗੁਰੂ ਬਾਰ ਬਾਰ ਆਪ ਜਪਣਾ ਤੇ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਨੂੰ ਜਪਾਉਣਾ। ਇਹ ਸੱਚੇ ਪਾਤਸ਼ਾਹ ਜੀ ਕਿਹਾ ਕਿ ਗ੍ਰਸਤੀ ਦਾ ਗ੍ਰਸਤ ਧਰਮ ਸਫਲ ਹੈ।
ਫਿਰ ਜਿਹੜਾ ਕੋਈ ਗ੍ਰਸਤ ਨੂੰ ਤਿਆਗ ਕੇ ਬਾਣ ਪ੍ਰਸਤੀ ਹੁੰਦਾ ਹੈ ਤੇ ਉਹਦਾ ਜਿਹੜਾ ਹੈ ਮਨ ਜੇ ਡੋਲਦਾ ਹੀ ਰਹੇ ਤੇ ਜੇ ਵਾਹਿਗੁਰੂ ਮੰਤਰ ਦਾ ਜਾਪ ਕਰੇ ਤੇ ਉਹਦਾ ਧਰਮ ਵੀ ਇਹ ਸਫਲਾ ਕਰ ਦਿੰਦਾ ਹੈ। ਸੰਸਾਰ 'ਚ ਰਹਿੰਦੇ ਉਹਨੂੰ ਇੰਨੀ ਉਪਰਾਮਤਾ ਆ ਜਾਂਦੀ ਹੈ ਕਿ ਸਭ ਪਦਾਰਥਾਂ ਤੋਂ ਮਨ ਜਿਹੜਾ ਹੈ ਉਹ ਹਟ ਜਾਂਦਾ ਹੈ। ਸੰਸਾਰ ਦੀਆਂ ਨਾਸ਼ਵੰਤ ਖੁਸ਼ੀਆਂ ਤੋਂ ਮਨ ਉਪਰਾਮ ਹੋ ਜਾਂਦਾ ਹੈ। ਫਿਰ ਇਹੋ ਜਿਹਾ ਇਹ ਸੰਨਿਆਸ ਸਫਲ ਕਰ ਦੇਣ ਵਾਲਾ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਕੋਲ ਜਿਹੜਾ ਹੈ ਮਨ ਸਮਝਦਾ ਹੈ ਕਿ ਨਹੀਂ ਇਹ ਸਭ ਝੂਠ ਵੈ, ਕੁਝ ਵੀ ਮੇਰੇ ਨਾਲ ਨਹੀਂ ਨਿਭਣ ਵਾਲਾ, ਅਤੇ ਮਨ ਕਰਕੇ ਹੀ ਇਹ ਸੰਨਿਆਸੀ ਬਣਾ ਦਿੰਦਾ। ਐਸਾ ਇਹ ਵਾਹਿਗੁਰੂ ਮੰਤਰ ਵੈ। ਕਬੀਰਾਜ ਕਹਿੰਦੇ ਨੇ ਸਤਿਗੁਰਾਂ ਜੀ ਦੇ ਬਖਸ਼ੇ ਹੋਏ ਇਸ ਮੰਤਰ ਦੀ ਮਹਾਨ ਮਹਿਮਾ ਕਹੀ ਨਹੀਂ ਜਾ ਸਕਦੀ। ਭਾਈ ਗੁਰਦਾਸ ਸਾਹਿਬ ਜੀ ਨੇ ਵਾਹਿਗੁਰੂ ਨਾਮ ਦੀ ਮਹਿਮਾ ਕਰਦਿਆਂ ਹੋਇਆਂ ਇਹ ਬਚਨ ਕਹੇ ਹੈ ਕਿ ਜੈਸੇ 68 ਤੀਰਥ ਪਰਸ ਕੀਓ, ਜਿਸ ਤਰ੍ਹਾਂ ਕੋਈ 68 ਤੀਰਥਾਂ ਨੂੰ ਪਰਸਦਿਆ ਰਹੇ, ਤੁਰ ਤੁਰ ਕੇ ਯਾਤਰਾ ਕਰਦਾ ਰਹੇ। ਫਿਰ ਕਹਿੰਦੇ ਆ ਕਿ ਜੁਗ ਚਾਰ ਚਰਿਓ ਕਹਿਲਾਸ਼ ਰਹਿਓ। ਚੌਹਾਂ ਯੁੱਗਾਂ ਦੇ ਅੰਦਰ ਜਿਹੜੇ ਹੈ ਜੀਵ ਜਨਮ ਧਾਰ ਕੇ ਜਿਵੇਂ ਕੈਲਾਸ਼ ਪਰਬਤ ਦੇ ਉੱਤੇ ਤਪੱਸਿਆ ਕਰਦਾ ਰਹੇ, ਬਰਫੀਲੀਆਂ ਚੋਟੀਆਂ ਦੇ ਉੱਤੇ ਜਾ ਕਰਕੇ ਤਪ ਕਰੇ, ਤਪੱਸਿਆ ਕਰੇ। ਜੈਸੇ ਲਾਖ ਬਾਰ ਕੁਰਸ਼ੇਤਰ ਮੈਂ, ਜਿਸ ਤਰ੍ਹਾਂ ਕਹਿੰਦੇ ਨੇ ਲੱਖਾਂ ਜਿਹੜੇ ਹੈ ਤਪ ਦੇ ਯਤਨ ਜਿਹੜੇ ਕੁਰਸ਼ੇਤਰ ਦੇ ਅੰਦਰ ਜੋ ਕੁਰੂਕਸ਼ੇਤਰ ਦੀ ਧਰਤੀ ਮੰਨੀ ਹੈ ਉੱਥੇ ਜਾ ਕਰਕੇ ਕਰਨਾ ਕਰੇ। ਅਸਮੇਧ ਜਗ ਅਭੰਗ ਠਇਓ, ਜਿਹੜੇ ਅਸਮੇਧ ਜਗ ਇੱਕ ਨਹੀਂ ਲੱਖਾਂ ਹੀ ਕਰ ਲਵੇ। ਇੱਕ ਰਸ ਬਹੁਤ ਜ਼ਿਆਦੇ ਜਗ ਜਿਹੜੇ ਹੈ ਉਹਨਾਂ ਨੂੰ ਕਰਨਾ ਕਰੇ, ਬੜੇ ਤਪ ਕਰਨਾ ਕਰੇ। ਫਿਰ ਕਹਿੰਦੇ ਜੈਸੇ ਕੋਟ ਬਰਸ ਤਪ ਉਰਦਮੁਖੀ, ਜਿਵੇਂ ਕਰੋੜਾਂ ਹੀ ਬਰਸ ਫਿਰ ਮੂੰਹ ਜਿਹੜਾ ਹੈ ਥੱਲੇ ਨੂੰ ਕਰਕੇ, ਸਿਰ ਥੱਲੇ ਨੂੰ ਕਰਕੇ, ਪੁੱਠੇ ਲਟਕ ਕਰਕੇ, ਜਿਵੇਂ ਬ੍ਰਿਕਸ਼ਾਂ ਦੇ ਨਾਲ ਪੁੱਠੇ ਲਟਕ ਕਰਕੇ ਬਹੁਤ ਜ਼ਿਆਦਾ ਤਪ ਕਰਦੇ ਹੈ। ਬੈਸੰਤਰ ਮੈਂ ਤਨ ਦਾਹ ਦਿਓ, ਬੈਸੰਤਰ ਅੱਗ ਦੇ ਅੰਦਰ ਆਪਣੇ ਤਨ ਨੂੰ ਜਿਹੜਾ ਹੈ ਦਾਉਣਾ ਕਰੇ, ਭਾਵ ਸਾੜਨਾ ਕਰੇ। ਧੂਣੀਆਂ ਤਾ ਕਰਕੇ ਜਿਹੜਾ ਹੈ ਤਪ ਕਰਨਾ ਕਰੇ। ਕਹਿੰਦੇ ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਫਿਰ ਕਹਿੰਦੇ ਹੈ ਕਿ ਅੰਮ੍ਰਿਤ ਵਰਗਾ ਮਿੱਠਾ ਨਾਮ ਇਹ ਵਿਸ਼ੇਸ਼ ਵਾਹਿਗੁਰੂ ਮੰਤਰ ਜਿਨ ਇੱਕ ਵਾਰ ਸ਼੍ਰੀ ਵਾਹਿਗੁਰੂ ਕਹਿਓ, ਜਿਨੇ ਇੱਕ ਵਾਰ ਆਪਣੇ ਮੁਖ ਤੋਂ ਸ਼੍ਰੀ ਵਾਹਿਗੁਰੂ ਕਿਹਾ, ਉਹ ਏਡਾ ਵੱਡਾ ਫਲ ਹੈ ਕਿ ਲੱਖਾਂ ਬਰਸ ਬਰਫੀਲੀਆਂ ਚੋਟੀਆਂ 'ਤੇ ਤਪ ਕਰਨ ਦਾ ਓਡਾ ਵੱਡਾ ਫਲ ਨਹੀਂ ਜਿੰਨਾ ਵਾਹਿਗੁਰੂ ਮੰਤਰ ਇੱਕ ਵਾਰੀ ਜਪਣ ਦਾ ਵੱਡਾ ਫਲ ਹੈ। ਫਿਰ ਕੁਰੂਕਸ਼ੇਤਰ ਦੇ ਅੰਦਰ ਜਗ ਕਰ ਲਵੇ ਬੜੇ ਵਿਧੀ ਪੂਰਵਕ, ਲੱਖਾਂ ਹੀ ਸਾਧਨ ਅਪਣਾ ਲਵੇ, ਉਹਨਾਂ ਦਾ ਇੰਨਾ ਫਲ ਨਹੀਂ ਜਿੰਨਾ ਇੱਕ ਵਾਰ ਆਪਣੇ ਮੁਖ ਤੋਂ ਸ਼੍ਰੀ ਵਾਹਿਗੁਰੂ ਕਹਿਣ ਦਾ ਫਲ ਹੈ। ਇਸ ਕਰਕੇ ਕਵੀਰਾਜ ਕਹਿੰਦੇ ਨੇ, ਹੇ ਮੇਰੇ ਮਨਾ, ਨਾਮ ਨੂੰ ਆਪਣੇ ਮੁਖ ਤੋਂ ਲੈਣ ਲੱਗਿਆਂ ਦੇਰੀ ਨਾ ਕਰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਹੀ ਕੋਮਲ ਚਾਰ ਜਿਹੜੇ ਅੱਖਰ ਹਨ ਨਾ ਉਹਨਾਂ ਨੂੰ ਇਕੱਠਿਆਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹਾ ਮੰਤਰ ਬਣਾਇਆ ਕਿ ਕਠੋਰ ਤੋਂ ਕਠੋਰ ਹਿਰਦੇ ਨੂੰ ਵੀ ਇਹ ਨਰਮ ਕਰ ਦਿੰਦੇ ਹੈ, ਕੋਮਲ ਕਰ ਦਿੰਦੇ ਹੈ। ਐਸੀ ਇਸ ਮੰਤਰ ਦੇ ਅੰਦਰ ਸ਼ਕਤੀ ਹੈ। ਬੜੇ ਬੜੇ ਨਿਰਦਈਆਂ ਦੇ ਅੰਦਰ ਵੀ ਇਹ ਮੰਤਰ ਦਇਆ ਭਰ ਦਿੰਦਾ ਹੈ। ਜੇ ਕਰਕੇ ਕੋਈ ਇਹਦਾ ਜਾਪ ਕਰਦਾ ਹੈ, ਸਭ ਸ਼ਕਤੀਆਂ ਦਾ ਇਹ ਸੋਮਾ ਹੈ ਵਾਹਿਗੁਰੂ ਮੰਤਰ। ਇਉਂ ਕਵੀਰਾਜ ਜੀ ਨੇ ਕੱਲ੍ਹ ਦੇ ਜੋ ਪ੍ਰਸੰਗ ਵਿੱਚ ਆਇਆ ਸੀ ਫਰਮਾਨ ਕੀਤਾ ਸੀ, ਅੱਗੇ ਫਰਮਾਨ ਕਰਦੇ ਹਨ। ਦੋਹਰਾ ਨ੍ਰਿਪ ਵਿਵੇਕ ਕੀ ਸੈਨ ਮਹਿ, ਕਹਿੰਦੇ ਜਿਹੜਾ ਗਿਆਨ ਰੂਪੀ ਰਾਜਾ ਹੈ ਉਸ ਦੀ ਸੈਨਾ ਦੇ ਅੰਦਰ ਸੈਨਾਪਤ ਇਹ ਚਾਰ ਸੈਨਾਪਤੀ ਹਨ। ਵਾਹਿਗੁਰੂ ਇਹ ਚਾਰ ਸੈਨਾਪਤੀ ਹੈ। ਜਿਹੜਾ ਗਿਆਨ ਰੂਪੀ ਰਾਜਾ ਹੈ ਨਾ, ਉਹਦੀ ਫੌਜ ਹੈ ਦੈਵੀ ਸੰਪਦਾ ਦੀ, ਅਤੇ ਦੈਵੀ ਸੰਪਦਾ ਦੀ ਫੌਜ ਦੇ ਅੰਦਰ ਇਹ ਚਾਰ ਜਿਹੜੇ ਹਨ ਵੱਡੇ ਸੈਨਾਪਤੀ ਹਨ। ਇਹ ਵਾਹਿਗੁਰੂ ਮੰਤਰ ਦੇ ਚਾਰੇ ਅੱਖਰ। ਮੋਹ ਕਟਕ ਕੋ ਜੀਤ ਕੈ, ਜਿਹੜੀ ਮੋਹ ਦੀ ਜਿਹੜੀ ਹੈ ਆਸੁਰੀ ਸੰਪਦਾ ਦੀ ਸੈਨਾ ਹੈ, ਜਿਹਦਾ ਵੱਡਾ ਜਰਨੈਲ ਮੋਹ ਹੈ,
ਉਹ ਸਾਰੀ ਸੈਨਾ ਨੂੰ ਜਿੱਤ ਕਰਕੇ ਛਿਨ ਮਹਿ ਲੇਵਤ ਮਾਰ। ਛਿਨ ਮਾਤਰ ਸਮੇਂ ਦੇ ਅੰਦਰ ਵੀ ਮਾਰ ਲੈਂਦੇ ਆ, ਜਿੱਤ ਲੈਂਦੇ ਆ, ਨਾਸ਼ ਕਰ ਦਿੰਦੇ ਆ। ਐਸਾ ਬਲ ਹੈ ਇਹਨਾਂ ਚੌਹਾਂ ਅੱਖਰਾਂ ਦੇ ਅੰਦਰ। ਗਿਆਨ ਰੂਪੀ ਰਾਜੇ ਦੇ ਇਹ ਵੱਡੇ ਸੈਨਾਪਤੀ ਹੈ। ਮੋਹ ਦੀ ਜਿਹੜੀ ਹੈ ਕਟਕ ਸੈਨਾ, ਉਹਦਾ ਵਸ ਨਹੀਂ ਫਿਰ ਇਹਨਾਂ ਦੇ ਸੈਨਾਪਤੀਆਂ ਦੇ ਅੱਗੇ ਚੱਲਦਾ। ਜਿਹੜਾ ਆਪਣੇ ਅੰਦਰ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ, ਇਹ ਚਾਰੇ ਹੀ ਅੱਖਰ ਜਿਹੜੇ ਆ ਨਾ, ਉਹਦੇ ਅੰਦਰੋਂ ਸਾਰੇ ਮੋਹ ਦੀ ਸੈਨਾ ਨੂੰ ਅਭਾਵ ਹੀ ਕਰ ਦਿੰਦੇ ਆ, ਛਿਨ ਮਾਤਰ ਸਮੇਂ ਅੰਦਰ ਨਾਸ਼ ਕਰ ਦਿੰਦੇ ਆ। ਚਾਉ ਪਈ ਪ੍ਰੇਮ ਭਗਤ ਕੇ ਭੂਖਨ ਚਾਰ। ਇਹ ਪ੍ਰੇਮਾ ਭਗਤੀ ਦੇ ਚਾਰ ਗਹਿਣੇ ਹੀ ਹਨ। ਇਸ ਪ੍ਰਕਾਰ ਜਿਵੇਂ ਚਾਰ ਪ੍ਰਕਾਰ ਦੇ ਗਹਿਣੇ ਪਹਿਨੇ ਜਾਂਦੇ ਆ ਨਾ, ਇਸ ਤਰ੍ਹਾਂ ਕਹਿੰਦੇ ਪ੍ਰੇਮਾ ਭਗਤੀ ਦਾ ਜਾਂ ਚਾਰ ਸੁੰਦਰ ਗਹਿਣਾ ਹੈ। ਪ੍ਰੇਮਾ ਭਗਤੀ ਜਿਨ੍ਹਾਂ ਦੇ ਅੰਦਰ ਉਤਪਤ ਹੁੰਦੀ ਹੈ, ਉਹ ਵਾਹਿਗੁਰੂ ਮੰਤਰ ਦਾ ਜਦੋਂ ਪਿਆਰ ਕਰਦੇ ਹੈ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੈ, ਇਹ ਮੰਤਰ ਪ੍ਰੇਮ ਲਾ ਦਿੰਦਾ ਹੈ। ਐਸਾ ਪ੍ਰੇਮ ਜਾਪਕ ਦੇ ਅੰਦਰ ਪ੍ਰਗਟ ਹੁੰਦਾ ਹੈ ਕਿ ਵਾਹਿਗੁਰੂ ਜੀ ਨੂੰ ਉਹ ਸਾਖਿਆਤ ਕਰ ਲੈਂਦਾ ਹੈ। ਪਰਮੇਸ਼ਰ ਦਾ ਸਰੂਪ ਉਸ ਨੂੰ ਦਿਸਣ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦਾ ਹੈ, ਵਾਹਿਗੁਰੂ ਉਹਦੇ ਵਸੀਕਾਰ ਹੋ ਜਾਂਦੇ ਹੈ। ਇਸ ਤਰ੍ਹਾਂ ਕਵਿਰਾਜ ਫਰਮਾਉਂਦੇ ਹਨ, ਪ੍ਰੇਮ ਭਗਤ ਕੇ ਭੂਖਨ ਚਾਰ। ਇਹ ਪ੍ਰੇਮਾ ਭਗਤੀ ਦੇ ਚਾਰ ਗਹਿਣੇ ਹਨ। ਵਾਹਿਗੁਰੂ ਮੰਤਰ ਇਹ ਚਾਰ ਅੱਖਰ ਪ੍ਰੇਮਾ ਭਗਤੀ ਦੇ ਗਹਿਣੇ ਹਨ। ਲਖਨ ਗਿਆਨ ਕੋ ਲੋਚਨ ਚਾਰ। ਤੇ ਗਿਆਨ ਨੂੰ ਲਖਣ ਵਾਸਤੇ ਭਾਵ ਗਿਆਨ ਦੇ ਪ੍ਰਕਾਸ਼ ਵਾਸਤੇ ਇਹ ਜਾਣੋ ਕਿ ਚਾਰ ਅੱਖਾਂ ਹੀ ਹਨ। ਵਾਹ ਵਾਹ ਹਾ ਹਾ ਗੱਗਾ ਤੇ ਰਾਰਾ, ਇਹ ਚਾਰ ਨੇਤਰ ਹਨ ਜੋ ਗਿਆਨ ਦੇ ਚਕਸ਼ੂ ਖੋਲ ਦਿੰਦੇ ਹੈ, ਅੰਦਰਲੀ ਦਿਵ ਦ੍ਰਿਸ਼ਟੀ ਖੋਲ ਦਿੰਦੇ ਹੈ। ਕਿਉਂਕਿ ਅੱਖਾਂ ਨਾਲ ਤਾਂ ਉੱਥੇ ਤੱਕ ਦਿਸਦਾ ਨਾ ਜਿੱਥੋਂ ਨਿਗਾਹ ਟਕਰਾ ਕੇ ਵਾਪਸ ਆਉਂਦੀ ਹੈ। ਜਦੋਂ ਕਹਿੰਦੇ ਜ਼ਿਆਦਾ ਸਾਫ਼ ਹੋਵੇ ਨਾ ਸ਼ੀਸ਼ਾ, ਤੇ ਉਹਦਾ ਭੁਲੇਖਾ ਪੈ ਜਾਂਦਾ ਹੈ, ਤੇ ਕਈ ਵਾਰੀ ਮੱਥਾ ਉਹਦੇ ਵਿੱਚ ਵੱਜ ਜਾਂਦਾ ਜੇ ਕੋਈ ਗਊ ਨਾਲ ਨਾ ਨਿਗਾਹ ਮਾਰੇ ਤਾਂ। ਉਹ ਇਸ ਕਰਕੇ ਭੁਲੇਖਾ ਪੈਂਦਾ ਕਿ ਨਿਗਾਹ ਟਕਰਾ ਕੇ ਵਾਪਸ ਨਹੀਂ ਆਉਂਦੀ, ਇਉਂ ਲੱਗਦਾ ਕਿ ਇਹ ਸ਼ੀਸ਼ਾ ਨਹੀਂ ਹੈਗਾ ਸ਼ਾਇਦ ਇੱਥੇ, ਤੇ ਪਰ ਉਹ ਹੁੰਦਾ ਕਿਉਂਕਿ ਨਿਗਾਹ ਉੱਥੇ ਟਕਰਾਉਂਦੀ ਨਹੀਂ, ਇਸ ਕਰਕੇ ਭੁਲੇਖਾ ਮਨੁੱਖ ਖਾ ਜਾਂਦਾ ਹੈ। ਤੇ ਨਿਗਾਹ ਜਿਹੜੀ ਹੈ ਉਹ ਤਾਂ ਇੰਨਾ ਕੀ ਕੰਮ ਕਰਦੀ ਹੈ ਨਾ, ਜੇ ਟਕਰਾ ਕੇ ਵਾਪਸ ਨਾ ਮੁੜੇ ਤੇ ਨਹੀਂ ਜੀਵ ਨੂੰ ਪਤਾ ਲੱਗਦਾ। ਪਰ ਜਦੋਂ ਅੰਦਰਲੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ ਨਾ, ਉਦੋਂ ਸਾਰੀ ਕਾਇਨਾਤ ਹੀ ਹਸਤਾਮਲਵਤ ਪਤਾ ਲੱਗ ਜਾਂਦਾ ਹੈ ਕਿ ਸਾਰੇ ਬ੍ਰਹਿਮੰਡ ਵਿੱਚ ਕਿੱਥੇ ਕੀ ਹੋ ਰਿਹਾ ਹੈ। ਸਭ ਕੁਝ ਹੀ ਭੇਦ ਖੁੱਲ੍ਹ ਜਾਂਦਾ ਹੈ। ਇਸ ਤਰ੍ਹਾਂ ਕਵਿਰਾਜ ਜੀ ਕਹਿੰਦੇ ਹਨ ਕਿ ਇਹ ਗਿਆਨ ਦੇ ਪ੍ਰਕਾਸ਼ ਨੂੰ ਪ੍ਰਾਪਤ ਕਰਨ ਵਾਸਤੇ ਚਾਰ ਨੇਤਰ ਹੀ ਹਨ। ਵਾਹਿਗੁਰੂ ਮੰਤਰ ਦੇ ਜਿਹੜੇ ਚਾਰ ਅੱਖਰ ਹਨ, ਚਾਰ ਪਦਾਰਥ ਕੇ ਦਾਤਾਰ। ਚੌਹਾਂ ਪਦਾਰਥਾਂ ਦੇ ਇਹ ਦਾਤਾਰ ਹਨ, ਦੇਣ ਵਾਲੇ ਹਨ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਚੌਹਾਂ ਪਦਾਰਥਾਂ ਦਾ ਦਾਤਾ ਹੈ ਵਾਹਿਗੁਰੂ ਮੰਤਰ। ਜੇ ਵੀ ਕੁਝ ਪਦਾਰਥ ਚਾਹੀਦਾ ਹੈ, ਵਾਹਿਗੁਰੂ ਮੰਤਰ ਵਿੱਚੋਂ ਹੀ ਉਹ ਪਦਾਰਥ ਪ੍ਰਕਾਸ਼ਦਾ। ਜੇ ਕੋਈ ਭਾਵਨਾ ਨਾਲ ਜਾਪ ਕਰਦਾ ਹੈ ਵਾਹਿਗੁਰੂ ਮੰਤਰ ਦਾ, ਤੇ ਐਸਾ ਕੋਈ ਪਦਾਰਥ ਨਹੀਂ ਜਿਹੜਾ ਉਸ ਨੂੰ ਜਾਪਕ ਨੂੰ ਪ੍ਰਾਪਤ ਨਾ ਹੋਵੇ। ਚੌਹਾਂ ਹੀ ਪਦਾਰਥਾਂ ਦੇ ਦੇਣ ਵਾਲਾ ਹੈ ਵਾਹਿਗੁਰੂ ਮੰਤਰ, ਦਾਤਾਰ ਹੈ। ਚਾਰ ਜੋ ਯੁਗ ਤਿੰਨ ਮਹਿ ਗਤਕਾਰ। ਜਿਹੜੇ ਚਾਰ ਯੁਗ ਹਨ, ਇਹਨਾਂ ਚੌਹਾਂ ਯੁਗਾਂ ਵਿੱਚ ਮੁਕਤੀ ਦੇ ਕਰਨ ਵਾਲਾ ਹੈ ਵਾਹਿਗੁਰੂ ਮੰਤਰ। ਜਿਸ ਕਿਸੇ ਨੇ ਵੀ ਵਾਹਿਗੁਰੂ ਮੰਤਰ ਦੀ ਓਟ ਲਈ ਹੈ, ਆਸਰਾ ਲਿਆ ਹੈ, ਚੌਂ ਯੁਗਾਂ ਦੇ ਜੀਆਂ ਦਾ ਹੀ ਕਲਿਆਣਕਾਰੀ ਹੈ। ਭਗਤਨ ਕੰਠਾ ਭਰਨ ਸੋ ਚਾਰ। ਜਿਹੜੇ ਭਗਤ ਹਨ ਉਹਨਾਂ ਦੇ ਕੰਠਾ ਭਰਨ ਭਾਵ ਕੰਠ ਵਿੱਚ ਗਲੇ ਵਿੱਚ ਪਹਿਨਣ ਵਾਲਾ ਇਹ ਸੁੰਦਰ ਗਹਿਣਾ ਹੈ। ਜਿਹੜੇ ਵਾਹਿਗੁਰੂ ਦੇ ਭਗਤ ਨੇ, ਇਹ ਵਾਹਿਗੁਰੂ ਮੰਤਰ ਸੁੰਦਰ ਗਹਿਣਾ ਹੈ ਉਹਨਾਂ ਦੇ ਕੰਠ ਵਿੱਚ ਧਾਰਨ ਕਰਨ ਵਾਲਾ। ਜਿਹ ਛਬ ਦੋਨਾਂ ਲੋਕ ਉਜਾਰ। ਜਿਸ ਗਹਿਣੇ ਦੀ ਛੱਬ ਸੋਭਾ ਜਿਹੜੀ ਹੈ ਪ੍ਰਗਟ ਹੈ ਦੋਹਾਂ ਲੋਕਾਂ ਦੇ ਅੰਦਰ, ਇੱਥੇ ਵੀ ਤੇ ਪਰਲੋਕ ਵਿੱਚ ਵੀ। ਐਸਾ ਇਹ ਸੁੰਦਰ ਗਹਿਣਾ ਹੈ ਵਾਹਿਗੁਰੂ, ਜਿਸ ਨੇ ਆਪਣੇ ਕੰਠ ਵਿੱਚ ਧਾਰਨ ਕਰ ਲਿਆ ਨਾ ਵਾਹਿਗੁਰੂ ਮੰਤਰ, ਉਹਦੀ ਸੋਭਾ ਇਸ ਸੰਸਾਰ ਦੇ ਅੰਦਰ ਵੀ
ਤੇ ਪਰਲੋਕ ਵਿੱਚ ਵੀ ਉਸ ਦੇ ਨਾਮ ਦੀ ਸੋਭਾ ਹੈ। ਜੈ ਜੈਕਾਰ ਦੀ ਧੁਨਾਂ ਲੱਗਦੀਆਂ ਹਨ। ਸੰਸਾਰ ਦੇ ਅੰਦਰ ਵੀ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਹੈ। ਐਸਾ ਇਹ ਵਾਹਿਗੁਰੂ ਮੰਤਰ ਸ਼ਕਤੀਸ਼ਾਲੀ ਹੈ, ਜਿਸ ਨੇ ਆਪਣੇ ਕੰਠ ਦਾ ਗਹਿਣਾ ਹੀ ਬਣਾ ਲਿਆ ਵਾਹਿਗੁਰੂ ਮੰਤਰ ਨੂੰ। ਕਵਿਰਾਜ ਕਹਿੰਦੇ ਨੇ ਉਹਨਾਂ ਦਾ ਦੋਹਾਂ ਲੋਕਾਂ ਵਿੱਚ ਬੜਾ ਪ੍ਰਤਾਪ ਹੈ। ਇਹ ਸੰਸਾਰ ਦੇ ਅੰਦਰ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਉਹਨਾਂ ਦੇ ਜਸ ਦੇ ਡੰਕੇ ਵੱਜਦੇ ਹੈ। ਪਰਲੋਕ ਵਿੱਚ ਵੀ ਉਹਨਾਂ ਦੇ ਨਾਮ ਦੀ ਜੈ ਜੈਕਾਰ ਹੁੰਦੀ ਹੈ। ਚਾਰ ਵਰਨ ਕੋ ਧਰਮ ਆਧਾਰ। ਚੌਹਾਂ ਹੀ ਵਰਨਾਂ ਦਾ ਧਰਮ ਦਾ ਆਧਾਰ ਹੈ, ਇਹ ਆਸਰਾ ਹੈ ਵਾਹਿਗੁਰੂ ਮੰਤਰ। ਚੌਹਾਂ ਵਰਨਾਂ ਦਾ ਹੀ ਕਲਿਆਣਕਾਰੀ ਹੈ। ਕੋਈ ਜਪ ਲਏ, ਖੱਤਰੀ ਬ੍ਰਾਹਮਣ ਸੂਦ ਵੈਸ, ਕੋਈ ਜਪ ਲਵੇ ਵਾਹਿਗੁਰੂ ਮੰਤਰ ਨੂੰ। ਚੌਹਾਂ ਹੀ ਵਰਨਾਂ ਦਾ ਕਲਿਆਣਕਾਰੀ ਹੈ। ਜਿਨ੍ਹਾਂ ਨੂੰ ਕੋਈ ਗੁਰਮੁਖੀ ਦਾ ਬੋਧ ਵੀ ਨਹੀਂ ਸੀਗਾ, ਐਸੇ ਐਸੇ ਲੋਕ ਨੇ ਤੇ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਉਹਨਾਂ ਨੇ ਆਪਣੇ ਮਨ ਦੀ ਸ਼ਾਂਤੀ ਪਾਈ ਹੈ, ਸਾਰੇ ਪਦਾਰਥਾਂ ਦੇ ਸੁੱਖ ਪਾਏ ਹੈ। ਵਾਹਿਗੁਰੂ ਮੰਤਰ ਨੂੰ ਜੇ ਕੋਈ ਪ੍ਰੇਮ ਨਾਲ ਜਪਦਾ ਹੈ, ਇਹਦੀ ਧੁਨ ਵਿੱਚ ਆਪਣੀ ਸੁਰਤ ਨੂੰ ਜੋੜਦਾ ਹੈ, ਤੇ ਇਹ ਚੌਹਾਂ ਹੀ ਵਰਨਾਂ ਦਾ ਕਲਿਆਣਕਾਰੀ ਹੈ। ਚਾਹੇ ਕਿਸੇ ਨੂੰ ਕੋਈ ਗੁਰਮੁਖੀ ਦੇ ਅੱਖਰ ਨਾ ਵੀ ਪੜ੍ਹਨੇ ਆਉਂਦੇ ਹੋਣ ਤੇ ਵਾਹਿਗੁਰੂ ਮੰਤਰ ਦਾ ਜਪਣਾ ਸਿੱਖ ਲਿਆ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਇਹ ਵਾਕ ਕਹੇ ਹੈ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਇਹ ਸਤਿਗੁਰੂ ਜੀ ਦੇ ਵਾਕ ਨੇ। ਜੇ ਕੋਈ ਨਹੀਂ ਵੀ ਪੜ੍ਹਿਆ ਹੋਇਆ, ਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ, ਪੜ੍ਹਨਾ ਸਿੱਖਣਾ ਚਾਹੀਦਾ ਹੈ। ਪਰ ਜੇ ਕੋਈ ਬਿਲਕੁਲ ਨਹੀਂ ਪੜ੍ਹਿਆ ਹੋਇਆ, ਉਹ ਫਿਰ ਜਦੋਂ ਵਾਹਿਗੁਰੂ ਮੰਤਰ ਜਾਪ ਕਰਦਾ ਨਾ ਭਾਵਨਾ ਨਾਲ, ਇਹ ਮੰਤਰ ਵਿੱਚ ਇੰਨੀ ਸ਼ਕਤੀ ਹੈ ਕਿ ਉਸ ਨੂੰ ਫਿਰ ਇਹ ਉੱਥੇ ਤੱਕ ਪਹੁੰਚਾ ਦਿੰਦਾ ਹੈ ਕਿ ਜਿੱਥੇ ਸੰਸਾਰ ਦੀ ਪੜ੍ਹਾਈ ਵੀ ਫਿਰ ਥੱਲੇ ਰਹਿ ਜਾਂਦੀ ਹੈ। ਇਉਂ ਕਵਿਰਾਜ ਕਹਿੰਦੇ ਆ, ਚੌਹਾਂ ਵਰਨਾਂ ਦੇ ਧਰਮ ਦਾ ਆਧਾਰ ਹੈ, ਆਸਰਾ ਹੈ ਵਾਹਿਗੁਰੂ ਮੰਤਰ। ਧਰਮ ਦੇ ਜਿਹੜੀ ਹੈ ਪਰਿਭਾਸ਼ਾ ਇਸ ਦੇ ਵਿੱਚੋਂ ਹੀ ਪ੍ਰਕਾਸ਼ਦੀ ਹੈ। ਇਹ ਧਰਮ ਦਾ ਆਸਰਾ ਹੈ, ਧਰਮ ਇਹਦੇ ਆਸਰੇ ਤੇ ਖਲੋਤਾ ਹੈ। ਚਾਰ ਵਰਨ ਔਰ ਕਬ ਨਾ ਵਿਸਾਰ। ਇਹ ਚਾਰ ਜਿਹੜੇ ਵਰਨ ਅੱਖਰ ਹਨ, ਇਹ ਮੇਰੇ ਮਨਾ, ਇਹਨਾਂ ਅੱਖਰਾਂ ਨੂੰ ਆਪਣੇ ਹਿਰਦੇ ਚੋਂ ਕਦੇ ਨਾ ਵਿਸਾਰ, ਕਦੇ ਭੁਲਾ ਨਾ ਹੈ ਮਨਾ। ਵਾਹਿਗੁਰੂ ਇਹ ਚੌਹਾਂ ਅੱਖਰਾਂ ਨੂੰ ਸਦਾ ਹੀ ਆਪਣੇ ਅੰਦਰ ਧਾਰਨ ਕਰ ਲੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਐਸਾ ਗੁਣਕਾਰੀ ਮੰਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ ਹੈ। ਤਪਦਾ ਸੰਸਾਰ ਸਤਿਗੁਰਾਂ ਜੀ ਨੇ ਠਾਰਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ। ਤੋ ਸ਼ੰਕਾਵਾਦੀ ਬਹੁਤ ਸਾਰੇ ਸ਼ੰਕੇ ਖੜੇ ਕਰਦੇ ਹੈ, ਅਖੇ ਜੀ ਇਹ ਤਾਂ ਮੰਤਰ ਗੁਰੂ ਨਾਨਕ ਸਾਹਿਬ ਨੇ ਨਹੀਂ ਉਚਾਰਨ ਕੀਤਾ, ਬਾਅਦ ਵਿੱਚ ਬਣਾਇਆ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਉਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਵਾਹਿਗੁਰੂ ਮੰਤਰ ਆਉਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਵੇਂ ਕਿ ਮੰਤਰ ਪਹਿਲੋਂ ਗੁਪਤ ਰੱਖਿਆ ਬਾਣੀ ਦੇ ਅੰਦਰ, ਜਿੱਥੇ ਸਤਿਗੁਰਾਂ ਜੀ ਨੇ ਕਿਹਾ ਨਾ, ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਪੀ ਵਾਹੋ ਕਰੇਨ। ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਵਾਹੋ ਸ਼ਬਦ ਜਿਹੜਾ ਵਾਹਿਗੁਰੂ ਮੰਤਰ ਦਾ ਵਾਚਕ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਹੈ। ਤੇ ਜਦੋਂ ਭੱਟ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਸੀ, ਉਦੋਂ ਭੱਟਾਂ ਨੇ ਸਤਿਗੁਰਾਂ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਜੀ ਇਹ ਆਪ ਜੀ ਦਾ ਮੰਤਰ ਜਿਹੜਾ ਹੈ ਅਸੀਂ ਪ੍ਰਗਟ ਕਰਨਾ ਚਾਹੁੰਦੇ ਹਾਂ। ਸਤਿਗੁਰਾਂ ਜੀ ਕਿਹਾ ਕਿ ਭਾਈ ਵੱਡਿਆਂ ਸਤਿਗੁਰਾਂ ਜੀ ਨੇ ਗੁਪਤ ਰੱਖਿਆ ਬਾਣੀ ਦੇ ਅੰਦਰ, ਪਰ ਹੁਣ ਜੇ ਤੁਸੀਂ ਪ੍ਰਗਟ ਕਰਨਾ ਚਾਹੁੰਦੇ ਹੋ, ਨਿਰੰਕਾਰ ਦੀ ਮੌਜ ਹੈ। ਉਦੋਂ ਫਿਰ ਭੱਟਾਂ ਨੇ ਕਿਹਾ ਸੀ, ਵਾਹਿਗੁਰੂ 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 ਵਾਹਿ ਜੀਓ। ਇਹ ਸ਼ਬਦ ਸੋਈਆਂ ਵਿੱਚ ਆਉਂਦੇ ਹੈ। ਇਹ ਸਤਿਗੁਰਾਂ ਜੀ ਦਾ ਪਵਿੱਤਰ ਉਚਾਰਨ ਕੀਤਾ ਹੋਇਆ ਵਾਹਿਗੁਰੂ ਮੰਤਰ ਹੈ। ਜੇ ਜਿਵੇਂ ਉਚਾਰਨ ਦੇ ਤਰੀਕੇ ਨਾਲ ਵਾਹਿਗੁਰੂ ਤੇਰਾ ਸਭ ਸਦਕਾ, ਇਹ ਵੀ ਸ਼ਬਦ ਆਉਂਦੇ ਹੈ, ਪਰ ਜਿਹੜਾ ਉਚਾਰਨ ਹੈ ਉਹ ਹਾਹੇ ਨੂੰ ਸਿਹਾਰੀ ਦੇ ਨਾਲ ਹੀ ਸਤਿਗੁਰਾਂ ਜੀ ਨੇ ਆਗਿਆ ਕੀਤੀ ਹੈ, ਵਾਹਿਗੁਰੂ। ਇਉਂ ਇਸ ਦਾ ਉਚਾਰਨ ਜਿਹੜਾ ਉਹ ਕਰਨਾ, ਬੈ ਗੁਰੂ ਵਾਹਿਗੁਰੂ, ਇਹ ਇਉਂ ਨਹੀਂ ਉਚਾਰਨ ਕਰਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਆਗਿਆ ਕੀਤੀ ਹੈ, ਜਿਵੇਂ ਪੰਜ ਪਿਆਰੇ ਸਿੰਘ ਸਾਹਿਬਾਨ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹੈ, ਉਦੋਂ ਨਾਮ ਦੀ ਦਾਤ ਵੀ ਇਹ ਗੁਰਮੰਤਰ ਬਖਸ਼ਿਸ਼ ਕਰਦੇ ਹੈ, ਮੂਲ ਮੰਤਰ ਬਖਸ਼ਿਸ਼ ਕਰਦੇ ਹੈ। ਉਸ ਸਮੇਂ ਵਾਹਿਗੁਰੂ ਇਉਂ ਕਹਿ ਕੇ ਜਪਾਇਆ ਜਾਂਦਾ ਹੈ। ਇਉਂ ਕਵਿਰਾਜ ਕਹਿੰਦੇ ਹਨ,
ਇਸ ਪਵਿੱਤਰ ਮੰਤਰ ਦੇ ਬਾਬਤ ਇਉਂ ਫਰਮਾਉਂਦੇ ਨੇ ਚਾਰ ਵਰਨ ਔਰ ਕਬ ਨਾ ਵਿਸਾਰ। ਕਿ ਇਹ ਚਾਰ ਜਿਹੜੇ ਵਰਨ ਅੱਖਰ ਹਨ ਨਾ ਵਾਹਿਗੁਰੂ, हे ਮਨਾ ਕਦੇ ਵੀ ਵਿਸਾਰ ਨਾ ਆਪਣੇ ਅੰਦਰੋਂ। ਇਹ ਬੇਨਤੀ ਕਰਿਆ ਕਰਕੇ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਆਪਣੀ ਸਿਮਰਤੀ ਵਿੱਚ ਲੈ ਆ, ਆਪਣੇ ਚੇਤੇ ਵਿੱਚ ਲੈ ਆ ਵਾਹਿਗੁਰੂ ਮੰਤਰ ਨੂੰ। ਕਦੇ ਵਿਸਾਰਿਆ ਨਾ ਕਰ, ਕਦੇ ਭੁਲਾਇਆ ਨਾ ਕਰ। ਕਈ ਵਾਰੀ ਧਿਆਨ ਦੇ ਟਿਕਾਉਣ ਲਈ ਕਈ ਅਭਿਆਸੀ ਫੋਟੋ ਸਾਹਮਣੇ ਰੱਖਦੇ ਆ ਤੇ ਗੁਰਮੰਤਰ ਜਪਦੇ ਆ। ਇਹ ਸਤਿਗੁਰਾਂ ਜੀ ਦੀ ਆਗਿਆ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਜੀ ਦਾ ਸਰੂਪ ਜਿਹੜਾ ਗੁਰੂ ਜੀ ਦਾ ਸ਼ਬਦ ਹੀ ਹੈ। ਇਉਂ ਕਈ ਗੁਰਮੁਖ ਵਾਹਿਗੁਰੂ ਮੰਤਰ ਲਿਖ ਕੇ ਵੀ ਸਾਹਮਣੇ ਰੱਖ ਲੈਂਦੇ ਆ ਤੇ ਉਹ ਵੀ ਲਿਖ ਕੇ ਰੱਖਣ ਨਾਲ ਜਿਹੜਾ ਹੈ ਸੁਰਤ ਅੱਖਰਾਂ ਵਿੱਚ ਟਿਕਦੀ ਸੌਖੀ ਹੈ। ਪਰ ਜਿਹੜਾ ਧੁਨ ਦੇ ਵਿੱਚ ਆਪਣਾ ਧਿਆਨ ਟਿਕਾ ਲੈਣਾ ਨਾ, ਤਸਵੀਰ 'ਚ ਬਿਲਕੁਲ ਨਹੀਂ ਟਿਕਾਉਣਾ ਚਾਹੀਦਾ, ਕਿਉਂਕਿ ਤਸਵੀਰ ਗੁਰੂ ਸਾਹਿਬ ਦਾ ਅਸਲ ਸਰੂਪ ਨਹੀਂ ਹੈ। ਪਰ ਤਸਵੀਰ ਦਾ ਨਰਾਦਰ ਵੀ ਨਹੀਂ ਕਰਨਾ ਚਾਹੀਦਾ। ਘਰ ਵਿੱਚ ਤਸਵੀਰਾਂ ਲਾਉਣੀਆਂ ਜ਼ਰੂਰ ਚਾਹੀਦੀਆਂ, ਪਰ ਤਸਵੀਰ ਨੂੰ ਜਿਹੜਾ ਹੈ ਇਸ ਪ੍ਰਕਾਰ ਜਿਵੇਂ ਪੂਜਨ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਵਾਂਗ, ਇਹ ਠੀਕ ਨਹੀਂ, ਗੁਰਮਤਿ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਤਸਵੀਰਾਂ ਗੁਰੂ ਸਾਹਿਬ ਦਾ ਚੇਤਾ ਕਰਾਉਂਦੀਆਂ, ਯਾਦ ਕਰਾਉਂਦੀਆਂ, ਪਰ ਪੂਜਾ ਜਿਹੜੀ ਹੈ ਗੁਰਸਿੱਖ ਨੇ ਸਤਿਗੁਰਾਂ ਜੀ ਦੇ ਸ਼ਬਦ ਦੀ ਕਰਨੀ ਅਤੇ ਸ਼ਸਤਰਾਂ ਦੀ ਪੂਜਾ ਕਰਨੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਹੈ। ਇਸ ਕਰਕੇ ਜਦੋਂ ਗੁਰੂ ਜੀ ਦੇ ਸ਼ਬਦ ਦਾ ਧਿਆਨ ਟਿਕਾਉਣਾ ਹੈ ਤੇ ਆਪਣੇ ਸੁਰਤ ਨੂੰ ਧੁਨ ਦੇ ਵਿੱਚ ਲਾਉਣਾ ਹੈ। ਜਦੋਂ ਆਪਾਂ ਉਚਾਰਨ ਕਰਦੇ ਹਾਂ ਵਾਹਿਗੁਰੂ, ਇਹ ਜੋ ਸ਼ਬਦ ਬਣਦਾ ਹੈ ਨਾ, ਇਹਦੀ ਆਵਾਜ਼ ਜਿਹੜੀ ਬਣਦੀ ਹੈ, ਇਸ ਦੇ ਵਿੱਚ ਆਪਣੇ ਸੁਰਤ ਨੂੰ ਟਿਕਾਉਣਾ ਹੈ। ਜਦੋਂ ਧੁਨ ਦੇ ਜਿਹੜੇ ਵਿੱਚ ਸ਼ਬਦ ਦੇ ਵਿੱਚ ਆਪਣੀ ਸੁਰਤ ਲੱਗ ਜਾਂਦੀ ਹੈ, ਉਦੋਂ ਫਿਰ ਇਹ ਸ਼ਬਦ ਜਿਹੜਾ ਇਕਾਗਰਤਾ ਬਖਸ਼ਣ ਲੱਗ ਜਾਂਦਾ ਹੈ। ਇਹੋ ਜਿਹੀ ਇਕਾਗਰਤਾ ਬਣਦੀ ਹੈ ਕਿ ਫਿਰ ਗੁਰਮੰਤਰ ਦੀਆਂ ਹੀ ਧੁਨਾਂ ਸੁਣਾਈ ਦਿੰਦੀਆਂ ਤੇ ਫਿਰ ਸ਼ਬਦ ਜਿਹੜਾ ਹੈ ਨਾ ਆਪਣੇ ਦੇਸ਼ ਦਾ ਨਜ਼ਾਰਾ ਦਿਖਾਉਂਦਾ ਹੈ ਜਾਪਕ ਨੂੰ। ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਨਾ, ਉਹ ਸਥੂਲ ਰੂਪ ਵਿੱਚ ਜਿਹੜਾ ਹੈ ਉਹ ਨਹੀਂ ਵੇਖਿਆ ਜਾ ਸਕਦਾ। ਤੇ ਜਦੋਂ ਕਮਾਈ ਇਹੋ ਜਿਹੇ ਸਿਖਰਾਂ ਤੇ ਪਹੁੰਚ ਜਾਂਦੀ ਹੈ, ਫਿਰ ਭਗਤ ਜਿਹੋ ਜੀ ਭਾਵਨਾ ਕਰਦੇ ਆ, ਮਹਾਰਾਜ ਉਸੇ ਸਰੂਪ 'ਚ ਦਰਸ਼ਨ ਦੇ ਦਿੰਦੇ ਆ। ਜਿਹੋ ਜੀ ਇੱਛਾ ਭਗਤ ਦੀ ਹੁੰਦੀ ਹੈ, ਜਿਹੋ ਜੀ ਆਪਣੀ ਭਾਵਨਾ ਹੁੰਦੀ ਹੈ, ਉਸੇ ਤਰ੍ਹਾਂ ਦੇ ਸਰੂਪ ਵਿੱਚ ਮਹਾਰਾਜ ਦਰਸ਼ਨ ਬਖਸ਼ ਕੇ ਭਗਤ ਨੂੰ, ਸੇਵਕ ਨੂੰ ਕਿਰਤਾਰਥ ਕਰ ਦਿੰਦੇ ਆ। ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ਼ਿਵਦੱਤ ਪੰਡਤ ਨੇ ਕਿਹਾ ਸੀ ਨਾ ਕਿ ਮਹਾਰਾਜ ਮੈਂ ਤਾਂ ਸ਼੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਹਾਂ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸੇ ਸਮੇਂ ਸ਼੍ਰੀ ਰਾਮ ਚੰਦਰ ਜੀ ਦੇ ਸਰੂਪ ਵਿੱਚ ਦਰਸ਼ਨ ਦਿਖਾ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਰਤਾਰਥ ਕਰ ਦਿੱਤਾ ਸੀਗਾ। ਇਉਂ ਜਿਹੋ ਜੀ ਭਗਤ ਦੀ ਕਿਸੇ ਦੀ ਭਾਵਨਾ ਹੋਵੇ, ਨਿਰੰਕਾਰ ਉਸੇ ਹੀ ਸਰੂਪ ਵਿੱਚ ਦਰਸ਼ਨ ਬਖਸ਼ ਕੇ ਨਿਹਾਲ ਕਰ ਦਿੰਦੇ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਨਿਰੰਕਾਰ ਪਰਮੇਸ਼ਰ ਸਰੂਪ ਸਤਿਗੁਰੂ ਜੀ ਇਵੇਂ ਗੁਰਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹੈ। ਮਹਾਰਾਜ ਜੀ ਨੇ ਵੀ ਕਿਹਾ ਨਾ ਕਿ ਵਾਹਿਗੁਰੂ ਸਿੰਘ ਕੋ ਜਾਪ ਕਰਾਉਂ। ਇਹ ਵਾਹਿਗੁਰੂ ਮੰਤਰ ਜਿਹੜਾ ਹੈ ਨਾ, ਆਪਣੇ ਸਿੰਘਾਂ ਨੂੰ, ਆਪਣੇ ਖਾਲਸੇ ਨੂੰ ਸਤਿਗੁਰੂ ਜੀ ਕਹਿੰਦੇ ਅਸੀਂ ਬਖਸ਼ਿਸ਼ ਕੀਤਾ ਹੈ। ਇਹ ਅਸੀਂ ਨਾਮ ਦੇ ਜਪਣ ਦੀ ਆਗਿਆ ਕੀਤੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਦਿੱਤਾ ਹੋਇਆ ਗੁਰਮੰਤਰ ਜਿਹੜਾ ਵੀ ਕੋਈ ਜਪਦਾ ਹੈ, ਉਹਦੀ ਸੁਰਤ ਨਿਰੰਕਾਰ ਦੇ ਸਰੂਪ ਵਿੱਚ ਅਭੇਦ ਹੁੰਦੀ ਹੈ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਇਉਂ ਕਵੀਰਾਜ ਫਰਮਾਉਂਦੇ ਹਨ, ਚਾਰ ਵਰਨ ਔਰ ਕਬ ਨਾ ਵਿਸਾਰ। ਇਹਨਾਂ ਚੌਹਾਂ ਅੱਖਰਾਂ ਨੂੰ ਮਨਾ ਕਦੇ ਵੀ ਆਪਣੇ ਅੰਦਰੋਂ ਭੁਲਾ ਨਾ। ਦੋਹਰਾ ਜੀਵ ਪ੍ਰਾਤਮ ਮੇਲ ਕੇ। ਕਹਿੰਦੇ ਜੀਵ ਦੇ ਤੇ ਪਰਮਾਤਮਾ ਦੇ ਮੇਲ ਕਰਾਉਣ ਵਿੱਚ ਕਿਦੋਂ ਦੁਭਾਸੀ ਚਾਰ। ਜਾਂ ਇਹ ਚਾਰ ਦੁਭਾਸ਼ੀਏ ਹੀ ਹਨ। ਜਿਵੇਂ ਆਪਾਂ ਕਿਸੇ ਹੋਰ ਦੇਸ਼ ਵਿੱਚ ਚਲੇ ਜਾਈਏ ਤੇ ਉੱਥੋਂ ਦੀ ਬੋਲੀ ਨਹੀਂ ਨਾ ਸਮਝ ਲੱਗਦੀ, ਤੇ ਜੇ ਬੋਲੀ ਸਮਝ ਨਹੀਂ ਲੱਗਦੀ ਆਪਾਂ ਆਪਣੀ ਜਿਹੜੀ ਹੈ ਵਿਥਿਆ ਦੱਸ ਨਹੀਂ ਸਕਦੇ, ਉਹਨਾਂ ਦੇ ਉੱਤਰ ਨੂੰ ਸਮਝ ਨਹੀਂ ਸਕਦੇ। ਇਵੇਂ ਨਿਰੰਕਾਰ ਦੇ ਦੇਸ਼ ਦੀ ਜਿਹੜੀ ਗੱਲਬਾਤ ਹੈ ਨਾ, ਉਹਨੂੰ ਸਮਝਾਉਣ ਲਈ ਇਹ ਚਾਰ ਦੁਭਾਸ਼ੀਏ ਹੀ ਹਨ। ਵਾਹਿਗੁਰੂ ਦੇ ਦੇਸ਼ ਦੀਆਂ ਸਭ ਗੱਲਾਂ ਸਮਝ ਪੈਣ ਲੱਗ ਪੈਂਦੀਆਂ ਜਦੋਂ ਵਾਹਿਗੁਰੂ ਮੰਤਰ ਜਪੀਏ। ਇਹ ਚਾਰ ਦੁਭਾਸ਼ੀਏ ਹਨ।
ਇਹ ਸਮਝਾਉਣ ਲੱਗ ਜਾਂਦੇ ਐ। ਜਿਵੇਂ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ ਸੀਗਾ, ਮਹਾਰਾਜ ਤੁਸੀਂ ਪਰਮੇਸ਼ਰ ਨੂੰ ਰਾਜਾ ਕਥਨ ਕੀਤਾ ਹੈ ਤੇ ਉਹਦੇ ਦੇਸ਼ ਦੀ ਬੋਲੀ ਕਿਹੜੀ ਹੈ? ਮਹਾਰਾਜ ਨੇ ਆਖਿਆ ਸੀ ਨਾ, ਭਾਖਿਆ ਭਾਵ ਅਪਾਰ, ਕਿ ਜਿਹੜੀ ਭਾਖਿਆ ਭਾਸ਼ਾ ਹੈ ਨਾ, ਉਹ ਪ੍ਰੇਮ ਦੀ ਭਾਸ਼ਾ ਹੈ ਪਰਮੇਸ਼ਰ ਦੇ ਦੇਸ਼ ਦੀ, ਜਿਹਦਾ ਕੋਈ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ। ਤੇ ਇਹ ਪ੍ਰੇਮ ਦੀ ਭਾਸ਼ਾ ਨੂੰ ਸਮਝਣ ਵਾਸਤੇ ਇਹ ਚਾਰ ਦੁਭਾਸ਼ੀਏ ਹੀ ਹਨ। ਵਾਹਿਗੁਰੂ ਮੰਤਰ ਨਾਲ ਪ੍ਰੇਮ ਦੀ ਭਾਸ਼ਾ ਜਿਹੜੀ ਉਹ ਸਮਝਣ ਲੱਗਣ ਲੱਗ ਪੈਂਦੀ ਹੈ। ਪ੍ਰੇਮ ਅੰਦਰ ਜਿਹੜਾ ਹੈ ਉਹ ਛਾਲੇ ਮਾਰਨ ਲੱਗ ਜਾਂਦਾ ਹੈ। ਨਹੀਂ ਤਾਂ ਪੱਥਰ ਦਿਲ ਨੂੰ ਭਾਵ ਹੀ ਨਹੀਂ ਪਤਾ ਲੱਗਦੇ, ਕਠੋਰ ਚਿੱਤ ਨੂੰ ਜਿਹੜਾ ਹੈ ਉਹ ਦਿਲ ਦਰਵਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ, ਹਾਵ ਭਾਵ ਹੀ ਨਹੀਂ ਮਹਿਸੂਸ ਕਰ ਪਾਉਂਦਾ ਹੈ। ਪਰ ਵਾਹਿਗੁਰੂ ਮੰਤਰ ਦੇ ਜਪਣ ਨਾਲ ਇੰਨਾ ਮਨ ਨਰਮ ਹੋ ਜਾਂਦਾ ਹੈ ਕਿ ਪ੍ਰਕਿਰਤੀ ਦੇ ਜਿਹੜੇ ਅੰਦਰ ਜੋ ਕੁਝ ਵਰਤਦਾ ਹੈ ਉਹ ਸਭ ਕੁਝ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ। ਇਉਂ ਨਿਰੰਕਾਰ ਦੇ ਦੇਸ਼ ਦੀ ਜਿਹੜੀ ਭਾਸ਼ਾ ਹੈ ਨਾ, ਉਹਨੂੰ ਸਮਝਾਉਣ ਵਾਸਤੇ ਇਹ ਚਾਰ ਦੁਭਾਸ਼ੀਏ ਹੀ ਹਨ। ਸਭ ਕੁਝ ਫਿਰ ਭੇਦ ਖੁੱਲ੍ਹ ਜਾਂਦੇ ਆ, ਪਤਾ ਲੱਗ ਜਾਂਦਾ ਹੈ। ਇਉਂ ਕਹਿੰਦੇ ਆ ਕਵੀਰਾਜ, ਕਿਦੋਂ ਦੁਭਾਸ਼ੀ ਚਾਰ, ਕਿਦੋਂ ਜਾਣੋ ਜਾਂ ਕਹਿੰਦੇ ਆ ਚਾਰ ਦੁਭਾਸ਼ੀਏ ਹੀ ਹਨ। ਗੱਲਬਾਤ ਸਮਝਾਉਣ ਵਾਸਤੇ ਪਰਮੇਸ਼ਰ ਦੇ ਦੇਸ਼ ਦੀ ਬੋਲੀ ਜਿਹੜੀ ਆ ਉਹਨੂੰ ਸਮਝਾਉਣ ਵਾਸਤੇ। ਗਾਹਕ ਜੇ ਅਪਵਰਗ ਕੇ, ਜਿਹੜੇ ਗ੍ਰਾਹਕ ਹਨ ਅਪਵਰਗ ਮੁਕਤੀ ਦੇ, ਚਾਹੁੰਦੇ ਆ ਮੁਕਤ ਹੋਣਾ। ਭਲੇ ਦਲਾਲ ਵਿਚਾਰ, ਕਹਿੰਦੇ ਨੇ ਉਹਨਾਂ ਵਾਸਤੇ ਇਹ ਭਲੇ ਹਨ, ਚਾਰ ਦਲਾਲ ਹੀ ਹਨ, ਭਾਵ ਸੌਦਾ ਲੈ ਦਿੰਦੇ। ਕਿਹੜਾ? ਮੁਕਤੀ ਦਾ। ਜੇ ਕੋਈ ਇੱਛਾਵਾਨ ਹੈ, ਚਾਹਵਾਨ ਹੈ ਕਿ ਮਹਾਰਾਜ ਮੈਨੂੰ ਮੁਕਤੀ ਚਾਹੀਦੀ ਹੈ, ਕਹਿੰਦੇ ਇਹ ਚਾਰ ਅੱਖਰ ਜਿਹੜੇ ਆ ਫਿਰ ਮੁਕਤੀ ਦੇ ਦਾਤੇ ਹਨ, ਮੁਕਤੀ ਦੇ ਦੇਣ ਵਾਲੇ ਹਨ। ਵਾਹਿਗੁਰੂ ਮੰਤਰ ਇਹ ਚੌਹੇ ਅੱਖਰ ਜਿਹੜੇ ਆ ਮੁਕਤੀ ਦੇ ਬਖਸ਼ਣ ਵਾਲੇ ਆ। ਭਵ ਬੰਧਨ ਕੇ ਆਮ ਕੋ, ਕਹਿੰਦੇ ਜਿਹੜੇ ਫਿਰ ਭਾਵ ਸੰਸਾਰ ਦੇ ਬੰਧਨ ਹਨ, ਜਿਹੜੇ ਇਹ ਆਮ ਰੋਗ ਲੱਗੇ ਹੋਏ ਹਨ, ਆਮ ਰੋਗ ਨੂੰ ਕਹਿੰਦੇ ਆ। ਸੰਸਾਰ ਦੇ ਬੰਧਨਾਂ ਦੇ ਜਿਹੜੇ ਰੋਗ ਚਿੰਬੜੇ ਹੋਏ ਜੀਆਂ ਨੂੰ। ਆਖਿਆ ਭੇਖਜ ਚਾਰ, ਇਹ ਅਖੈ ਮੰਤਰ ਹੈ ਉਹਨਾਂ ਰੋਗਾਂ ਦੇ ਨਾਸ਼ ਕਰਨ ਵਾਸਤੇ, ਕਿਉਂਕਿ ਦਵਾਈ ਖਾਦਿਆਂ ਮੁੱਕ ਜਾਂਦੀ ਹੈ ਨਾ। ਇਹ ਐਸੀ ਸਤਿਗੁਰਾਂ ਜੀ ਨੇ ਦਵਾਈ ਬਖਸ਼ੀ ਹੈ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ। ਇਹ ਵੱਧਦੀ ਜਾਂਦੀ ਹੈ, ਕਦੇ ਘਟਦੀ ਨਹੀਂ। ਇਸ ਕਰਕੇ ਅਖੈ ਮੰਤਰ ਹੈ, ਪੂਰੇ ਗੁਰੂ ਜੀ ਦਾ ਮੰਤਰ ਹੈ, ਨਾਸ਼ ਤੋਂ ਰਹਿਤ ਮੰਤਰ ਹੈ। ਜਿਵੇਂ ਮੰਤਰ ਨੂੰ ਮੰਤਰ ਕੱਟ ਦਿੰਦਾ ਨਾ ਅੱਗੋਂ, ਕਿਉਂਕਿ ਮੰਤਰ ਦੇ ਅੰਦਰ ਸ਼ਕਤੀ ਭਰੀ ਹੁੰਦੀ ਹੈ। ਮੰਤਰ ਦੇ ਜਾਪਕ ਨੇ, ਜਿਹਨੇ ਮੰਤਰ ਨੂੰ ਉਤਪੰਨ ਕੀਤਾ ਹੁੰਦਾ ਨਾ, ਉਹ ਮੰਤਰ ਵਿੱਚ ਪਹਿਲੋਂ ਆਪਣੀ ਸ਼ਕਤੀ ਭਰਦਾ ਹੈ। ਪਹਿਲਾਂ ਤਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਸ ਮੰਤਰ ਦੇ ਜਾਪ ਬਾਰੇ ਸ੍ਰੀ ਸਰਬਲੋਹ ਪ੍ਰਕਾਸ਼ ਦੇ ਅੰਦਰ ਮਹਾਰਾਜ ਲਿਖਿਆ ਕਿ ਨਿਰੰਕਾਰ ਨੇ ਆਪ ਸਰੂਪ ਧਾਰ ਕੇ ਇੱਕ ਇੱਕ ਅੱਖਰ ਦਾ ਜਿਹੜਾ ਜਾਪ ਕੀਤਾ ਹੈ। ਫਿਰ ਸਤਿਗੁਰਾਂ ਜੀ ਨੇ ਜਦੋਂ ਇਸ ਸੰਸਾਰ ਦੇ ਅੰਦਰ ਪ੍ਰਗਟ ਕਰਨਾ ਸੀ ਤੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਨਿਰੰਕਾਰ ਨੇ ਅਵਤਾਰ ਧਾਰਨ ਕੀਤਾ। ਤੇ ਉਹ ਫਿਰ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਾਣੇ ਆਈ। ਸੱਚੇ ਪਾਤਸ਼ਾਹ ਜੀ ਨੇ ਹਜੂਰ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਰੋੜੀ ਸਾਹਿਬ, ਇੱਥੇ ਸੱਚੇ ਪਾਤਸ਼ਾਹ ਜੀ ਨੇ ਰੋੜਾਂ ਕੀ ਗੁਰ ਕਰੀ ਵਿਛਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਥੇ ਚੌਂਕੜਾ ਲਾ ਕਰਕੇ ਆਪ ਵਾਹਿਗੁਰੂ ਮੰਤਰ ਦਾ ਜਾਪ ਕੀਤਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਭਾਈ ਸਾਹਿਬ ਨੇ ਫਿਰ ਲਿਖਿਆ ਕਿ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਸੱਚੇ ਪਾਤਸ਼ਾਹ ਨੇ ਸੱਚਖੰਡ ਚੋਂ ਇਹ ਮੰਤਰ ਲਿਆਂਦਾ ਹੈ, 9 ਨਿਧੀਆਂ ਦਾ ਖਜ਼ਾਨਾ ਨਾਮ ਵਾਹਿਗੁਰੂ ਮੰਤਰ। ਤੇ ਸੱਚੇ ਪਾਤਸ਼ਾਹ ਜੀ ਨੇ ਇਹ ਲੈ ਕੇ ਆਂਦਾ, ਨਾਲ ਗਰੀਬੀ ਨਿਮਰਤਾ ਸਤਿਗੁਰੂ ਜੀ ਲੈ ਕਰਕੇ ਆਏ ਸੰਸਾਰ ਦੇ ਅੰਦਰ। ਇਹ ਸਤਿਗੁਰਾਂ ਜੀ ਨੇ ਆਪ ਜਾਪ ਕਰਕੇ ਇਹਦੇ ਅੰਦਰ ਸ਼ਕਤੀ ਭਰਨਾ ਕੀਤੀ ਹੈ। ਇਸ ਕਰਕੇ ਇਹ ਅਖੈ ਮੰਤਰ ਵੈ, ਨਾਸ਼ ਤੋਂ ਰਹਿਤ ਵੈ। ਕੋਈ ਮੰਤਰ ਇਹਦੀ ਕਾਟ ਨਹੀਂ ਕਰ ਸਕਦਾ, ਚਾਹੇ ਜਿੰਨਾ ਮਰਜ਼ੀ ਕਿਸੇ ਨੇ ਕਿੰਨਾ ਤਪ ਸਾਧਨਾ ਕੀਤੀ ਹੋਵੇ। ਇਹ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਆਪ ਸਾਧਨਾ ਕਰਕੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ ਤੇ ਪੂਰੇ ਗੁਰੂ ਜੀ ਦਾ ਪੂਰਾ ਮੰਤਰ ਵੈ। ਇਸ ਕਰਕੇ ਕਵੀਰਾਜ ਕਹਿੰਦੇ ਅਖੈ ਵੈ, ਨਾਸ਼ ਤੋਂ ਰਹਿਤ ਹੈ। ਇਸ ਮੰਤਰ ਨੂੰ ਕੋਈ ਕਾਟ ਨਹੀਂ ਕਰ ਸਕਦਾ, ਕੋਈ ਕੱਟ ਨਹੀਂ ਸਕਦਾ। ਕਿਵੇਂ ਕੋਈ ਛਿਲੇ ਕੱਢੇ ਹੋਣ ਕਿਸੇ ਨੇ, ਭਾਵੇਂ ਕਿੰਨੇ ਕਾਲੇ ਇਲਮ ਸਿੱਖੇ ਹੋਣ, ਜੋ ਮਰਜ਼ੀ ਕਿਸੇ ਪ੍ਰਕਾਰ ਦੇ ਮੰਤਰਾਂ ਜੰਤਰਾਂ ਦਾ ਧਾਰਨੀ ਹੋਵੇ, ਵਾਹਿਗੁਰੂ ਮੰਤਰ ਦੇ ਉੱਤੇ ਕਿਸੇ ਪ੍ਰਕਾਰ ਦੀ ਕਾਟ ਨਹੀਂ ਚੱਲਦੀ। ਐਸਾ ਪੂਰੇ ਗੁਰੂ ਜੀ ਦਾ ਪੂਰਾ ਮੰਤਰ ਉਚਾਰਨ ਕੀਤਾ ਹੋਇਆ ਹੈ।
ਇਸ ਪ੍ਰਕਾਰ ਕਹਿੰਦੇ ਹਨ। ਭ੍ਰਮ ਤਮ ਕੋ ਸੰਭਾਨ ਕੇ, ਪਿਛਲੀ ਪੰਕਤੀ ਫਿਰ ਪੜੋ। ਭਵ ਬੰਧਨ ਕੇ ਆਮ ਕੋ, ਜਿਹੜੇ ਸੰਸਾਰ ਦੇ ਬੰਧਨਾਂ ਦੇ ਇਸ ਪ੍ਰਕਾਰ ਰੋਗ ਚਿੰਬੜੇ ਹੋਏ ਜੀਆਂ ਨੂੰ ਕਰਤਾ ਭੁਗਤਾ ਦੇ ਹੰਗਤਾ ਮਮਤਾ ਦੇ, ਆਖੈ ਭੇਖਜ ਚਾਰ। ਇਹ ਅਖੈ ਮੰਤਰ ਵੈ ਤੇ ਭੇਖਜ ਦਵਾਈ ਹੈ ਚਾਰ। ਸੁੰਦਰ ਦਵਾਈ ਹੈ ਇਹ, ਜਿਹੜੀ ਸੰਸਾਰ ਦੇ ਰੋਗਾਂ ਨੂੰ ਨਾਸ਼ ਕਰਨ ਵਾਸਤੇ, ਸਰੀਰਕ ਰੋਗਾਂ ਨੂੰ ਵੀ ਤੇ ਮਾਨਸਿਕ ਰੋਗਾਂ ਨੂੰ ਵੀ ਨਾਸ਼ ਕਰਨ ਵਾਸਤੇ ਇਹ ਦਵਾਈ ਐਸੀ ਹੈ, ਨਾਸ਼ ਤੋਂ ਰਹਿਤ ਹੈ, ਖਤਮ ਹੀ ਨਹੀਂ ਹੁੰਦੀ, ਮੁੱਕਦੀ ਹੀ ਨਹੀਂ। ਜਿੰਨੀ ਕੋਈ ਖਾਵੇ ਓਨਾ ਹੀ ਉਹਨੂੰ ਲਾਭਕਾਰੀ ਹੈ। ਇਸ ਪ੍ਰਕਾਰ ਇਹ ਅਖੈ ਮੰਤਰ ਵੈ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮੰਤਰ ਦਾ ਜਿਨ ਵੀ ਜਾਪ ਕੀਤਾ ਹੈ ਨਾ, ਜੋ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਹੋਏ ਹੈ, ਇਸ ਪ੍ਰਕਾਰ ਉਹ ਵੀ ਇਸ ਮੰਤਰ ਦਾ ਅਭਿਆਸ ਮਹਾਂਪੁਰਖਾਂ ਨੇ ਕੀਤਾ। ਮਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਗੁਰਮੰਤਰ ਦਾ ਅਭਿਆਸ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤਾ। ਹੋਰ ਬਾਣੀਆਂ ਦਾ ਅਭਿਆਸ, ਜਪਜੀ ਸਾਹਿਬ ਦੇ 1.25 ਲੱਖ ਪਾਠ ਵੀ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ, ਹੋਰ ਬਹੁਤ ਸਾਰੀ ਬੰਦਗੀ ਕੀਤੀ। ਇਉਂ ਜਿਹੜੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਉਹ ਵੀ ਗੁਰਮੰਤਰ ਦਾ ਜਾਪ ਕਰਿਆ ਕਰਦੇ। ਤੇ ਉਹਨਾਂ ਦੇ ਜੀਵਨ ਦੀ ਇਹ ਘਟਨਾ ਹੈ ਕਿ ਰਾਜਸਥਾਨ ਦੇ ਵਿੱਚ ਜਿੱਥੇ ਮਹਾਂਪੁਰਖਾਂ ਨੂੰ ਕੁਝ ਸਮਾਂ ਪਰਿਵਾਰ ਦੇ ਭੇਜਣ ਕਰਕੇ ਜਾਣਾ ਪਿਆ ਸੀਗਾ, ਤੇ ਉੱਥੇ ਜਦੋਂ ਮਹਾਂਪੁਰਖ ਗਏ, ਕੋਈ ਤਾਂਤਰਿਕ ਰਹਿੰਦਾ ਸੀਗਾ ਤੇ ਉਹਦਾ ਪ੍ਰਭਾਵ ਸੀ ਨਗਰ ਦੇ ਵਿੱਚ ਬਹੁਤ ਜ਼ਿਆਦਾ। ਮਹਾਂਪੁਰਖਾਂ ਦੇ ਜਾਣੇ ਕਰਕੇ ਗੁਰਸਿੱਖੀ ਦਾ ਪ੍ਰਚਾਰ ਹੋਇਆ, ਸਭ ਨਗਰ ਨਿਵਾਸੀਆਂ ਅੰਮ੍ਰਿਤ ਛਕ ਲਿਆ। ਉਹਨੂੰ ਬੜਾ ਦੁੱਖ ਲੱਗਾ ਕਿ ਇਹ ਮੇਰੀ ਤਾਂ ਪੂਜਾ ਹੀ ਹਟਾਤੀ, ਤੇ ਉਸਨੇ ਫਿਰ ਗੁੱਸੇ ਵਿੱਚ ਆ ਕਰਕੇ ਮਹਾਂਪੁਰਖਾਂ ਦੇ ਉੱਤੇ ਕੋਈ ਮੰਤਰ ਆਪਣਾ ਸ਼ਕਤੀ ਚਲਾਈ। ਜਦੋਂ ਦੁਪਹਿਰ ਦੇ ਵਕਤ ਉਹ ਆ ਕਰਕੇ ਆਪਣੀ ਸ਼ਕਤੀ ਅਜਮਾਉਣ ਲੱਗਾ, ਮਹਾਂਪੁਰਖ ਬੈਠੇ ਪਲੰਗੇ ਤੇ ਜਾਪ ਕਰਦੇ ਸੀਗੇ। ਵੇਖਿਆ ਇੱਕਦਮ ਜਦੋਂ ਧਿਆਨ ਉਖੜਿਆ ਤੇ ਕੋਈ ਤਾਂਤਰਿਕ ਪ੍ਰਤੀਤ ਹੋਇਆ, ਲੱਗਿਆ ਕਿ ਕੋਈ ਮੰਤਰ ਚਲਾਇਆ ਹੈ। ਪਰ ਮਹਾਂਪੁਰਖ ਫਿਰ ਆਪਣੇ ਇਕਾਗਰਤਾ ਨਾਲ ਭਜਨ ਕਰਨ ਲੱਗ ਗਏ। ਉਹਨੇ ਵੇਖਿਆ ਕਿ ਮੇਰੇ ਮੰਤਰ ਦੀ ਕੋਈ ਸ਼ਕਤੀ ਚੱਲੀ ਨਹੀਂ। ਉਹ ਦੂਸਰੇ ਦਿਨ ਫਿਰ ਆਇਆ, ਫਿਰ ਉਵੇਂ ਕੀਤਾ, ਉਸਨੇ ਮੰਤਰ ਚਲਾਇਆ। ਮਹਾਂਪੁਰਖਾਂ ਦੀ ਬਿਰਤੀ ਫਿਰ ਉਥਾਨ ਹੋਈ। ਵੇਖਿਆ ਕੱਲ੍ਹ ਵਾਲਾ ਹੀ ਹੈ, ਉਹ ਤਾਂਤਰਿਕ ਫਿਰ ਆ ਗਿਆ। ਮਹਾਂਪੁਰਖਾਂ ਧਿਆਨ ਨਹੀਂ ਦਿੱਤਾ, ਫਿਰ ਭਜਨ ਕਰਨ ਲੱਗ ਗਏ। ਉਹ ਟਲਿਆ ਨਾ, ਤੀਸਰੇ ਦਿਨ ਪੂਰੀ ਸ਼ਕਤੀ ਲੈ ਕੇ ਫਿਰ ਆਇਆ, ਜ਼ੋਰ ਲਾ ਕੇ ਉਹਨੇ ਫਿਰ ਮੰਤਰ ਚਲਾਤਾ। ਜਦੋਂ ਮਹਾਂਪੁਰਖ ਭਜਨ ਕਰਦੇ ਨੇਤਰ ਬੰਦ ਕਰਕੇ, ਤੇ ਫਿਰ ਜਦੋਂ ਬਿਰਤੀ ਖੁੱਲੀ, ਵੇਖਿਆ ਤਾਂ ਖਹਿੜਾ ਨਹੀਂ ਛੱਡਦਾ। ਫਿਰ ਥੋੜ੍ਹਾ ਇਉਂ ਜਿਹੜਾ ਸੀ ਵੀਰ ਰਸੀ ਰੁੱਖ ਕਰਕੇ ਆਪਣੇ ਮੁਖ ਤੋਂ ਮਹਾਂਪੁਰਖਾਂ ਆਖਿਆ ਵਾਹਿਗੁਰੂ, ਉਹ ਦੜ ਕਰਕੇ ਧਰਤੀ ਤੇ ਜਾ ਪਿਆ। ਜਦੋਂ ਦੂਸਰੀ ਵਾਰ ਵਾਹਿਗੁਰੂ ਆਖਿਆ, ਫਿਰ ਉਹ ਖੇਤਾਂ ਦੇ ਵਿੱਚ ਦੀ ਇਉਂ ਧੋਇਆ ਜਾਣ ਲੱਗਾ, ਜਿਵੇਂ ਕਿਸੇ ਚੀਜ਼ ਦੇ ਪਿੱਛੇ ਪਾ ਕਰਕੇ ਖਿੱਚ ਲਈਦਾ ਹੈ। ਇਸ ਤਰ੍ਹਾਂ ਬਹੁਤ ਜ਼ਿਆਦਾ ਜਦੋਂ ਉਹ ਉੱਚੀ ਉੱਚੀ ਡਾਡਾ ਮਾਰਨ ਲੱਗਾ, ਮਹਾਂਪੁਰਖਾਂ ਨੇ ਫਿਰ ਜਦੋਂ ਤੀਸਰੀ ਵਾਰ ਵਾਹਿਗੁਰੂ ਆਖਿਆ ਤੇ ਉਹ ਰੁਕ ਗਿਆ ਉੱਥੇ, ਤੇ ਉੱਠ ਕੇ ਦੌੜ ਗਿਆ, ਫਿਰ ਨਹੀਂ ਸਾਹਮਣੇ ਆਇਆ। ਵਾਹਿਗੁਰੂ ਮੰਤਰ ਵਿੱਚ ਐਸੀਆਂ ਸ਼ਕਤੀਆਂ ਪ੍ਰਕਾਸ਼ ਦੀਆਂ, ਕਿੰਨਾ ਕੋਈ ਜੰਤਰਾਂ ਮੰਤਰਾਂ ਦਾ ਜ਼ੋਰ ਲਾ ਲਵੇ, ਕੋਈ ਜੰਤਰ ਮੰਤਰ ਨਹੀਂ ਚੱਲਦਾ। ਐਸੀ ਇਹ ਦਵਾਈ ਹੈ ਕਿ ਜਿਹਦੇ ਖਾਣ ਕਰਕੇ ਸਾਰੇ ਹੀ ਰੋਗ ਮਾਨਸਿਕ ਵੀ ਤੇ ਸਰੀਰਕ ਵੀ ਨਾਸ਼ ਹੋ ਜਾਂਦੇ ਆ। ਭ੍ਰਮ ਤਮ ਕੋ ਸੰਭਾਨ ਕੇ, ਜਿਹੜਾ ਭਰਮ ਰੂਪੀ ਹਨੇਰਾ ਨਾ, ਭਰਮ ਰੂਪੀ ਹਨੇਰੇ ਨੂੰ ਸੂਰਜ ਦੀ ਤਰ੍ਹਾਂ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਮੰਤਰ। ਸੂਰਜ ਜਿਵੇਂ ਹਨੇਰੇ ਨੂੰ ਨਾਸ਼ ਕਰ ਦਿੰਦਾ ਹੈ ਨਾ, ਇਸ ਤਰ੍ਹਾਂ ਵਾਹਿਗੁਰੂ ਮੰਤਰ ਸੂਰਜ ਦੀ ਨਿਆਈ ਪ੍ਰਕਾਸ਼ ਕਰਕੇ ਭਰਮ ਰੂਪੀ ਹਨੇਰੇ ਨੂੰ ਦੂਰ ਕਰ ਦਿੰਦਾ ਏ। ਦੇਤ ਸ਼ਬਦ ਔਰ ਟਾਰ, ਸ਼ਬਦ ਨਹੀਂ, ਫਿਰ ਪੜੋ। ਦੇਤ ਸ਼ਬਦ ਔਰ ਟਾਰ, ਦੇਤ ਸ਼ਬਦ ਔਰ ਤਾਰ। ਸ਼ਬਦ ਭਾਵ ਛੇਤੀ ਨਾਲ, ਬੜੀ ਹੀ ਛੇਤੀ ਨਾਲ ਹਿਰਦੇ ਤੋਂ ਭਰਮ ਰੂਪੀ ਹਨੇਰੇ ਨੂੰ ਟਾਲ ਦਿੰਦਾ, ਨਾਸ਼ ਕਰ ਦਿੰਦਾ, ਦੂਰ ਕਰ ਦਿੰਦਾ ਵਾਹਿਗੁਰੂ ਮੰਤਰ। ਚੌਪਈ ਜੇ ਭਵ ਸਾਵਜ ਕ੍ਰਿਹ ਆਤੰਕਾ। ਹੁਣ ਕਵੀਰਾਜ ਕਹਿੰਦੇ ਆ, ਸਾਵਜ ਕਹਿੰਦੇ ਹਾਥੀ ਨੂੰ, ਕਹਿੰਦੇ ਜਿਹੜਾ ਸੰਸਾਰ ਰੂਪੀ ਹਾਥੀ ਤੋਂ ਡਰ ਮੰਨਦਾ ਹੈ ਬਹੁਤ ਜ਼ਿਆਦਾ, ਜਿਹਨੂੰ ਸੰਸਾਰ ਦੇ ਅੰਦਰ ਭੈ ਲੱਗਦਾ, ਮਰਨ ਤੋਂ ਭੈ ਲੱਗਦਾ ਹੈ, ਕਿਵੇਂ ਜੀਵਾਂਗੇ, ਕੀ ਹੋਊਗਾ, ਕਿਵੇਂ ਆਉਣ ਵਾਲਾ ਸਮਾਂ ਬੀਤੇਗਾ,
ਇਸ ਤਰ੍ਹਾਂ ਜਿਨ੍ਹਾਂ ਨੂੰ ਭਾਈ ਸੰਸਾਰ ਦੇ ਅੰਦਰ ਮੌਤ ਦਾ ਡਰ ਲੱਗਦਾ, ਸੰਸਾਰ ਰੂਪੀ ਹਾਥੀ ਤੋਂ ਜਿਹੜੇ ਭੈ ਕਰਦੇ ਆ, ਨਾਮ ਕੇ ਹਰੀ ਤਕਹਿ ਸੋ ਅੰਕਾਰ। ਕਵੀਰਾਜ ਕਹਿੰਦੇ ਉਹਨਾਂ ਨੂੰ ਚਾਹੀਦਾ ਹੈ ਕਿ ਵਾਹਿਗੁਰੂ ਨਾਮ ਕਿਹੜੀ ਸ਼ੇਰ ਦੀ ਸ਼ਰਨ ਵਿੱਚ ਫਿਰ ਚਲੇ ਜਾਣ, ਕਿਉਂਕਿ ਕਿਹੜੀ ਸ਼ੇਰ ਦੀ ਛਟਾ ਜਦੋਂ ਉੱਠਦੀ ਹੈ ਨਾ, ਹਾਥੀ ਡਰਦੇ ਹੀ ਦੌੜ ਜਾਂਦੇ ਆ। ਜਦੋਂ ਵਾਹਿਗੁਰੂ ਨਾਮ ਦਾ ਪਿਆਰ ਅੰਦਰ ਪ੍ਰਗਟ ਹੁੰਦਾ ਨਾ, ਫਿਰ ਸੰਸਾਰ ਰੂਪੀ ਹਾਥੀ ਦਾ ਸਾਰਾ ਡਰ ਹੀ ਖਤਮ ਹੋ ਜਾਂਦਾ ਹੈ। ਇਹ ਕਿਹੜੀ ਸ਼ੇਰ ਹੈ? ਵਾਹਿਗੁਰੂ ਮੰਤਰ। ਇਹ ਨਾਮ ਜੋ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕੀਤਾ ਹੈ, ਇਹ ਕਵੀਰਾਜ ਜੀ ਪ੍ਰਮਾਣ ਵੇਖੋ ਕਿਆ ਸੋਹਣੇ ਜਿਹੜੇ ਆ ਦੇ ਕਰਕੇ ਨਾਮ ਦੀ ਸ਼ਰਨ ਲੈਣ ਵਾਸਤੇ ਸਿੱਖਿਆ ਦਰੜਾਉਂਦੇ ਆ ਕਿ ਨਾਮ ਦੀ ਸ਼ਰਨ ਜਿਹੜੀ ਹੈ ਨਾ, ਅੰਕ ਸ਼ਰਨ ਲੈਣੀ, ਅੰਕ ਗੋਦ ਵਿੱਚ ਚਲੇ ਜਾਣਾ। ਇਹ ਨਾਮ ਕਿਹੜੀ ਸ਼ੇਰ ਵੈ? ਵਾਹਿਗੁਰੂ ਮੰਤਰ। ਇਹਦੀ ਸ਼ਰਨ ਲੈ ਲਓ, ਫਿਰ ਸੰਸਾਰ ਰੂਪੀ ਹਾਥੀ ਦਾ ਡਰ ਨਾਸ਼ ਹੋ ਜਾਵੇਗਾ। ਜੇ ਨਰ ਗ੍ਰਸੇ ਕਲੂਖ ਅਹੇਸ਼ਾ। ਜਿਹੜੇ ਨਰ ਕਹਿੰਦੇ ਮਨੁੱਖ ਪਾਪਾਂ ਰੂਪੀ ਜਿਹੜੇ ਐ ਇਸ ਪ੍ਰਕਾਰ ਸੱਪ ਦੇ ਗ੍ਰਸੇ ਹੋਏ ਹਨ, ਪਾਪਾਂ ਰੂਪੀ ਸੱਪਾਂ ਨੇ ਜਿਨ੍ਹਾਂ ਨੂੰ ਗ੍ਰਸ ਲਿਆ ਹੈ, ਖਾ ਲਿਆ, ਨਿਗਲ ਲਿਆ ਏ। ਜਾਹੇ ਸ਼ਰਨ ਸੋ ਨਾਮ ਖਗੇਸ਼ਾ। ਜਿਹੜਾ ਖੱਗ ਏਸ਼ਾ, ਪੰਛੀਆਂ ਦਾ ਏਸ਼ਾ ਜਿਹੜਾ ਹੈ, ਉਹ ਰਾਜਾ ਕੌਣ ਹੈ? ਗਰੜ। ਕਹਿੰਦੇ ਆ ਉਹ ਨਾਮ ਰੂਪੀ ਗਰੜ ਦੀ ਸ਼ਰਨ ਵਿੱਚ ਚਲੇ ਜਾਣ। ਜਿਵੇਂ ਫਿਰ ਗਰੜ ਨੂੰ ਵੇਖ ਕੇ ਸੱਪ ਭੈ ਕਰਦੇ ਆ, ਡਰ ਕਰਦੇ ਆ, ਉਹਨੂੰ ਸੱਪਾਂ ਦੀ ਜ਼ਹਿਰ ਚੜ੍ਹਦੀ ਹੀ ਨਹੀਂ। ਇਸ ਤਰ੍ਹਾਂ ਕਹਿੰਦੇ ਆ ਵਾਹਿਗੁਰੂ ਨਾਮ ਜਿਹੜਾ ਹੈ ਨਾ, ਗਰੜ ਵੈ, ਇਹਨੂੰ ਪਾਪਾਂ ਦੀ ਜ਼ਹਿਰ ਨਹੀਂ ਚੜ੍ਹਦੀ ਹੈ ਵਾਹਿਗੁਰੂ ਨਾਮ ਨੂੰ, ਸਗੋਂ ਕਿ ਜਿਹਨੂੰ ਚੜ੍ਹੀ ਹੋਈ ਹੈ ਨਾ ਜ਼ਹਿਰ, ਜੇ ਉਹ ਵੀ ਗਾਰੜੂ ਮੰਤਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ, ਜੋ ਆਪਣੇ ਮੁਖ ਵਿੱਚ ਪਾ ਲੇ ਨਾ ਵਾਹਿਗੁਰੂ, ਤੇ ਫਿਰ ਉਹਦੀ ਵੀ ਚੜੀ ਹੋਈ ਪਾਪਾਂ ਦੀ ਜ਼ਹਿਰ ਨੂੰ ਉਤਾਰ ਦਿੰਦਾ। ਇਹ ਕਾਮ ਦੇ ਨਸ਼ੇ ਨੂੰ ਲਾ ਦਿੰਦਾ ਹੈ, ਲੋਭ ਦੇ ਨਸ਼ੇ ਨੂੰ ਉਤਾਰ ਦਿੰਦਾ, ਹੰਕਾਰ ਦੇ ਨਸ਼ੇ ਨੂੰ ਲਾ ਦਿੰਦਾ। ਜੀਵ ਜਿਹੜਾ ਜਾਗ ਪੈਂਦਾ ਹੈ ਵਾਹਿਗੁਰੂ ਮੰਤਰ ਦਾ ਜਾਪਕ ਜਿਹੜਾ ਹੁੰਦਾ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਹਨ ਕਿ ਇਹ ਜਿਵੇਂ ਗਰੁੜ ਦੀ ਸ਼ਰਨ ਵਿੱਚ ਜਾਣ ਦੇ ਨਾਲ ਸੱਪਾਂ ਦੀ ਜ਼ਹਿਰ ਨਾਸ਼ ਹੋ ਜਾਂਦੀ ਹੈ, ਇਵੇਂ ਪਾਪਾਂ ਰੂਪੀ ਜਿਹੜੇ ਸੱਪ ਹਨ ਨਾ, ਉਹਨਾਂ ਪਾਪਾਂ ਦੀ ਜਿਹੜੀ ਹੈ ਜ਼ਹਿਰ ਨਾਸ਼ ਹੋ ਜਾਂਦੀ ਹੈ। ਮਾਇਆ ਰੂਪੀ ਸੱਪ ਦੀ ਜ਼ਹਿਰ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਮੰਤਰ। ਭਵ ਸਾਗਰ ਮਹਿ ਖਾਤ ਜੇ ਗੋਤੂ। ਜਿਹੜੇ ਸੰਸਾਰ ਸਾਗਰ ਦੇ ਅੰਦਰ, ਇਹ ਸੰਸਾਰ ਸਮੁੰਦਰ ਦੀ ਨਿਆਈ ਹੈ, ਜਿਹਦੇ ਵਿੱਚ ਆਸਾ ਤ੍ਰਿਸ਼ਨਾ ਦੀਆਂ ਬੜੀਆਂ ਭਾਰੀ ਲਹਿਰਾਂ ਉੱਠਦੀਆਂ, ਜਿਹੜੇ ਗੋਤੇ ਖਾਂਦੇ ਹਨ। ਕਹੈ ਕਿਉ ਨਾ ਸ੍ਰੀ ਨਾਮ ਜੇ ਪੋਤੂ। ਕਹਿੰਦੇ ਕਿਉਂ ਨਹੀਂ ਫਿਰ ਉਹ ਜਿਹੜਾ ਸ਼੍ਰੀ ਸ਼੍ਰੋਮਣੀ ਨਾਮ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ, ਇਹ ਪੋਤੂ ਪੋਤ ਜਹਾਜ਼ ਦੀ ਨਿਆਈ ਹੈ, ਤੇ ਕਿਉਂ ਨਹੀਂ ਵਾਹਿਗੁਰੂ ਨਾਮ ਜਹਾਜ਼ ਨੂੰ ਉਹ ਜਿਹੜਾ ਗ੍ਰਹਿਣ ਕਰਦੇ? ਕਿਉਂ ਨਹੀਂ ਨਾਮ ਰੂਪੀ ਜਹਾਜ਼ ਦੇ ਉੱਤੇ ਚੜ੍ਹਦੇ? ਜਿਵੇਂ ਹਜੂਰ ਨੇ ਕਿਹਾ ਹੀ ਹੈ ਨਾ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਭਾਈ ਇਹਦੇ ਉੱਤੇ ਚੜ੍ਹ ਜਾਵੇਗਾ ਨਾ, ਉਹ ਪਾਰ ਉਤਰ ਜਾਏਗਾ ਸੰਸਾਰ ਸਮੁੰਦਰ ਤੋਂ। ਕਵੀਰਾਜ ਕਹਿੰਦੇ ਜਿਹੜੇ ਗੋਤੇ ਖਾਂਦੇ ਆ, ਕਦੇ ਜਿਹੜਾ ਹੈ ਕ੍ਰੋਧ ਢਾ ਲੈਂਦਾ, ਕਦੇ ਲੋਭ ਢਾ ਲੈਂਦਾ, ਕਦੇ ਕਾਮ ਹੀ ਸਿਰ ਨਹੀਂ ਚੁੱਕਣ ਦਿੰਦਾ, ਇੰਨੀ ਮੱਤ ਮਾਰੀ ਜਾਂਦੀ ਹੈ। ਇਸ ਪ੍ਰਕਾਰ ਜਿਹੜੇ ਗੋਤੇ ਖਾਂਦੇ ਆ ਸੰਸਾਰ ਦੇ ਅੰਦਰ, ਕਦੇ ਦੁੱਖ ਹੀ ਸੰਸਾਰ 'ਚ ਢਾ ਲੈਂਦੇ ਆ। ਇਹੋ ਜਿਹੇ ਹਾਲਾਤ ਬਣ ਜਾਂਦੇ ਆ, ਬੜਾ ਮਨ ਪੀੜਾ ਮੰਨਦਾ ਹੈ, ਝੂਰੇ ਝੋਰਦਾ ਹੀ ਰਹਿੰਦਾ ਹੈ, ਗਮ ਨਹੀਂ ਖਹਿੜਾ ਛੱਡਦੇ। ਕਹਿੰਦੇ ਗੋਤੇ ਭਾਈ ਕਾਹਨੂੰ ਖਾਣੇ ਆ? ਇਸ ਕਰਕੇ ਤੁਸੀਂ ਨਾਮ ਰੂਪੀ ਜਹਾਜ਼ ਤੇ ਚੜ੍ਹ ਜਾਓ। ਕਿਉਂ ਨਹੀਂ ਵਾਹਿਗੁਰੂ ਮੰਤਰ ਰੂਪੀ ਜਹਾਜ਼ ਦੇ ਉੱਪਰ ਤੁਸੀਂ ਅਸਵਾਰ ਕਿਉਂ ਨਹੀਂ ਹੁੰਦੇ ਹੋ? ਕਵੀਰਾਜ ਕਹਿੰਦੇ ਆ ਪਰਪੱਕਤਾ ਕਰਕੇ, ਕਹਿੰਦੇ ਭਾਈ ਨਾਮ ਨੂੰ ਜਪ ਲਓ। ਸਿਮਰਨ ਮਹਿ ਕਿਛ ਖਰਚ ਨਾ ਖੇਦਾ। ਫਿਰ ਕਵੀਰਾਜ ਕਹਿੰਦੇ ਸਿਮਰਨ ਕਰਨ ਦੇ ਅੰਦਰ ਭਾਈ ਕੋਈ ਪੈਸੇ ਨਹੀਂ ਖਰਚ ਹੁੰਦੇ, ਕਿਉਂਕਿ ਜਿਹੜੇ ਲੋਕ ਸੰਸਾਰ ਦੇ ਅੰਦਰ ਲਾਭ ਪ੍ਰਾਪਤ ਕਰਨ ਲਈ ਨਾ, ਤੇ ਬਹੁਤਾ ਲਾਭ ਵੇਖ ਕੇ ਕੁਝ ਮਾਇਆ ਖਰਚ ਲੈਂਦੇ ਕਿ ਭਈ ਆ ਇੰਨੀ ਮਾਇਆ ਖਰਚੀਏ ਤੇ ਇੰਨਾ ਕੁ ਲਾਭ ਹੋ ਜਾਏਗਾ, ਤੇ ਉਸ ਲਾਭ ਨੂੰ ਪ੍ਰਾਪਤ ਕਰਨ ਲਈ ਖਰਚ ਲੈਂਦੇ। ਪਰ ਪਤਾ ਹੀ ਨਹੀਂ ਅਗਿਆਤ ਮਨ ਨੂੰ ਕਿ ਵੇਖੋ ਵਾਹਿਗੁਰੂ ਮੰਤਰ ਜਪਣ ਦਾ ਕਿੱਡਾ ਵੱਡਾ ਲਾਭ ਹੈ। ਕੁਝ ਨਾਲੇ ਖਰਚਾ ਨਹੀਂ ਕੋਲੋਂ ਹੁੰਦਾ, ਕੋਈ ਮਾਇਆ ਨਹੀਂ ਖਰਚਣੀ ਪੈਂਦੀ ਹੈ ਵਾਹਿਗੁਰੂ ਮੰਤਰ ਜਪਣ ਲਈ। ਫਿਰ ਕਵੀਰਾਜ ਕਹਿੰਦੇ ਕੁਝ ਖੇਦ ਨਹੀਂ ਹੁੰਦਾ, ਕੋਈ ਦੁੱਖ ਨਹੀਂ ਜਿਹੜਾ ਹੈ ਉਹ ਸਰੀਰ ਨੂੰ ਹੁੰਦਾ ਹੈ, ਕਿਉਂਕਿ ਜਿਹੜੇ ਹੱਠ ਕਰਦੇ ਉਹ ਕਿੰਨਾ ਦੁੱਖ ਦਿੰਦੇ ਆ। ਕਈਆਂ 'ਚ ਤੇ ਵੇਖੋ ਲਾਲ ਜਿਹੜੇ ਅੱਗ ਵਿੱਚ ਕੋਲੇ ਹੋ ਜਾਂਦੇ ਆ ਨਾ, ਉਹਨਾਂ ਤੇ ਤੋਰਦੇ ਆ, ਫਿਰ ਛਾਂਟੇ ਮਾਰਦੇ ਆ, ਕੇਸਾਂ ਨੂੰ ਪੁੱਟਦੇ ਆ, ਕਿਸ ਤਰ੍ਹਾਂ ਦੇ ਉਹਨੇ ਕਹਿੰਦੇ ਆ ਅਬ ਦੁੱਖ ਫਿਰ ਸੁੱਖ, ਅਬ ਦੁੱਖ ਫਿਰ ਸੁੱਖ।
ਤੇ ਦੇਖੋ ਇਹ ਕਿਸ ਤਰ੍ਹਾਂ ਦੀਆਂ ਖੇਦ ਦਿੰਦੇ ਆ, ਪੀੜਾ ਦਿੰਦੇ ਆ, ਤੇ ਉਹਨਾਂ ਸਾਧਨਾ ਦਾ ਫਲ ਕੱਖ ਵੀ ਨਹੀਂ। ਤੇ ਵਾਹਿਗੁਰੂ ਮੰਤਰ ਜਪਣ ਦੇ ਅੰਦਰ ਕੋਈ ਖਰਚਾ ਨਹੀਂ ਹੁੰਦਾ, ਕੋਈ ਟੈਕਸ ਨਹੀਂ ਪੈਂਦਾ, ਕੋਈ ਦੁੱਖ ਨਹੀਂ ਲੱਗਦਾ, ਪਰ ਫਿਰ ਵੀ ਜੀਵ ਜਿਹੜਾ ਹੈ ਤੂੰ ਕਹਿੰਦੇ ਆ ਕਿ ਨਾਮ ਨਹੀਂ ਜਪਦਾ ਹੈ। ਵੇਖ ਸਿਮਰਨ ਕਰਨ ਦੇ ਅੰਦਰ ਕੋਈ ਤੈਨੂੰ ਜਿਹੜਾ ਹਰਜਾਨਾ ਨਹੀਂ ਭਰਨਾ ਪੈਂਦਾ ਹੈ, ਤੇ ਨਾ ਤੈਨੂੰ ਕੋਈ ਖੇਦ ਦੁੱਖ ਸਹਿਣਾ ਪੈਂਦਾ। ਵਾਹਿਗੁਰੂ ਮੰਤਰ ਨੂੰ ਤੂੰ ਪਿਆਰ ਨਾਲ ਜਪਣਾ ਕਰ। ਹੈ ਸੁਖੇਨ ਸੁਖਦਾਨ ਅਛੇਦਾ, ਹੈ ਇਹ ਸੁਖਦਾਈ ਤੇ ਸੁੱਖਾਂ ਦੇ ਦੇਣ ਵਾਲਾ ਹੈ, ਅਛੇਦਾ ਕੱਟਣ ਤੋਂ ਰਹਿਤ ਹੈ। ਪਰ ਇਹ ਹੈ ਕਿ ਮਨ ਨੂੰ ਪਤਾ ਨਹੀਂ ਨਾ ਇਹਦਾ ਲਾਭ ਕਿੱਡਾ ਵੱਡਾ ਹੈ। ਇਸੇ ਕਰਕੇ ਅਗਿਆਤ ਮਨ ਜਿਹੜਾ ਉਹ ਭਜਨ ਵਿੱਚ ਲੱਗਦਾ ਹੀ ਨਹੀਂ ਹੈ, ਤੇ ਨਾਮ ਦੇ ਉਚਾਰਨ ਵਾਸਤੇ ਬਹੁਤ ਜ਼ਿਆਦਾ ਔਖਾ ਇਹਨੂੰ ਪ੍ਰਤੀਤ ਹੁੰਦਾ ਹੈ। ਹੋਰ ਸਾਰੇ ਕੰਮ ਕਰ ਲੈਂਦਾ ਹੈ ਮਨ, ਕਿੰਨਾ ਕਿੰਨਾ ਸਮਾਂ ਨਾਟਕ ਚੇਟਕ ਵੇਖ ਲੈਂਦਾ ਹੈ ਮਨ, ਪਰ ਜਿਹੜਾ ਭਜਨ ਕਰਨਾ ਉਹ ਥੋੜੇ ਸਮੇਂ 'ਚ ਹੀ ਅੱਕ ਜਾਂਦਾ, ਕਿਉਂਕਿ ਉਹਨੂੰ ਜਿਹੜਾ ਰੁਚੀ ਨਹੀਂ ਨਾ ਲੱਗਦੀ ਹੈ। ਤੇ ਕਵੀਰਾਜ ਕਹਿੰਦੇ ਐ ਰੋਜ਼ ਦਾ ਨਿਯਮ ਬਣਾਵੇ, ਵੇਖ ਨਹੀਂ ਕੋਈ ਖਰਚ ਹੁੰਦਾ, ਨਾ ਕੋਈ ਤੈਨੂੰ ਦੁੱਖ ਹੁੰਦਾ। ਭਜਨ ਦੇ ਵਿੱਚ ਹੌਲੀ ਹੌਲੀ ਜਦੋਂ ਆਪਣੇ ਮਨ ਨੂੰ ਖੁਰਾਕ ਦੇਣ ਲੱਗ ਜਾਈਏ, ਫਿਰ ਮਨ ਬਲਵਾਨ ਹੋ ਜਾਂਦਾ, ਫਿਰ ਭਜਨ ਵਿੱਚ ਲੱਗਣ ਲੱਗ ਜਾਂਦਾ, ਹੌਲੀ ਹੌਲੀ ਲੱਗ ਜਾਂਦਾ ਹੈ। ਇਸ ਤਰ੍ਹਾਂ ਇਉਂ ਮਨ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ ਕਿ ਮਨਾ ਵੇਖ ਕੋਈ ਇਹਦੇ ਵਿੱਚ ਹਰਜਾਨਾ ਨਹੀਂ ਹੈ, ਭਜਨ ਕਰਨ ਵਿੱਚ ਸੁੱਖ ਹੀ ਸੁੱਖ ਹੈ, ਨਾਲੇ ਕੋਈ ਵੀ ਕਰ ਸਕਦਾ ਹੈ ਜਿਹੜਾ ਹੈ। ਇਸ ਪ੍ਰਕਾਰ ਇਹ ਨਾਮ ਜਪਣਾ ਇੰਨਾ ਸੁਖੈਨ ਹੈ, ਕੋਈ ਵੀ ਕਿੱਥੇ ਬੈਠਾ ਹੋਇਆ ਭਜਨ ਵਿੱਚ ਜੁੜ ਸਕਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਇਸ ਕਰਕੇ ਕਿਹਾ ਕਿ ਭਾਈ ਨਾਮ ਤੋਂ ਕਲਿਆਣ ਹੈ, ਹੋਰ ਕਿਸੇ ਤਰੀਕੇ ਕਲਿਆਣ ਨਹੀਂ ਹੈ। ਕਵੀਰਾਜ ਇਉਂ ਗੁਰਮੰਤਰ ਜਪਣ ਦੀ ਪਰਪੱਕਤਾ ਸਾਨੂੰ ਕਰਾਉਂਦੇ ਹੋਏ ਕਹਿੰਦੇ ਐ ਕੁਝ ਦੁੱਖ ਨਹੀਂ ਹੁੰਦਾ, ਕੋਈ ਖੇਦ ਨਹੀਂ ਲੱਗਦਾ, ਕਿਸੇ ਪ੍ਰਕਾਰ ਕੋਈ ਜਿਹੜਾ ਹੈ ਉਹ ਖਰਚਾ ਨਹੀਂ ਕਰਨਾ ਪੈਂਦਾ। ਤੇ ਨਾਮ ਨੂੰ ਜਿਹੜਾ ਹੈ ਉਹ ਕਿਉਂ ਨਹੀਂ ਜਪਦਾ? ਨਾਮ ਜਪਣ ਕਰਕੇ ਸਗੋਂ ਸਵਾਸ ਸਫਲੇ ਹੁੰਦੇ ਐ, ਨਾਮ ਦੇ ਜਪਣ ਕਰਕੇ ਵੱਡਾ ਲਾਭ ਪ੍ਰਾਪਤ ਹੁੰਦਾ ਹੈ, ਸੁੱਖਾਂ ਦੇ ਦੇਣ ਵਾਲਾ ਹੈ। ਇੱਕ ਰਸ ਸੁੱਖ ਹੀ ਸੁੱਖ ਹੈ ਨਾਮ ਦੇ ਅੰਦਰ। ਦੋਹਰਾ ਸੁੰਦਰ ਸਤਿਗੁਰ ਕੀ ਕਥਾ। ਹੁਣ ਕਵੀਰਾਜ ਇੱਥੇ ਮੰਗਲਾਂ ਨੂੰ ਇਤੀ ਕੀਤਾ ਹੈ, ਮੰਗਲ ਸੰਪੂਰਨ ਹੋਏ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਕਥਾ ਹੈ ਹੁਣ ਕਵੀਰਾਜ ਅੱਗੇ ਜਿਹੜਾ ਹੈ ਉਹ ਆਰੰਭ ਕਰਦੇ ਹੈ। ਜੋ ਇਸ ਪ੍ਰਕਾਰ ਕਥਾ ਦੀ ਆਰੰਭਤਾ ਵਿੱਚ ਵੀ ਕਵੀਰਾਜ ਬੇਨਤੀਆਂ ਕਰਨਗੇ, ਤੋ ਇਹ ਅੱਗੇ ਪ੍ਰਕਰਨ ਜਿਵੇਂ ਆਰੰਭ ਹੋਵੇਗਾ ਫਿਰ ਆਪਾਂ ਸਰਵਣ ਕਰਾਂਗੇ। ਤੋ ਜੇ ਥੋੜੇ ਆ ਤੇ ਫਿਰ ਪੜ੍ਹ ਲਓ। ਹਾਂਜੀ ਅੱਗੇ ਪੜੋ। ਦੋਹਰਾ ਸੁੰਦਰ ਸਤਿਗੁਰ ਕੀ ਕਥਾ। ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਜੋ ਸੁੰਦਰ ਕਥਾ ਹੈ। ਗੁਣ ਮੰਦਰ ਸੁਖ ਕੰਦ। ਇਹ ਗੁਣਾਂ ਦੇ ਮੰਦਰ ਘਰ ਵੈ, ਗੁਣਾਂ ਦਾ ਘਰ ਵੈ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ। ਫਿਰ ਪੜੋ। ਸੁੰਦਰ ਸਤਿਗੁਰ ਕੀ ਕਥਾ। ਹਾਂਜੀ। ਗੁਣ ਮੰਦਰ ਸੁਖ ਕੰਦ। ਤੇ ਸੁੱਖਾਂ ਦੇ ਕੰਦ ਫਲ ਨੂੰ ਦੇਣ ਵਾਲੀ ਹੈ, ਸੁੱਖ ਦੇ ਫਲ ਨੂੰ ਦੇਣ ਵਾਲੀ, ਆਤਮਿਕ ਆਨੰਦ ਦੇ ਸੁੱਖ ਦੇ ਫਲ ਨੂੰ ਇਹ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਦੀ ਕਥਾ ਦੇਣ ਵਾਲੀ ਹੈ। ਵਰਣਨ ਤਿਸ ਕੋ ਅਬ ਕਰੋ। ਕਹਿੰਦੇ ਹੁਣ ਸਤਿਗੁਰਾਂ ਜੀ ਦੇ ਪਵਿੱਤਰ ਜੀਵਨ ਦੀ ਕਥਾ ਨੂੰ ਮੈਂ ਵਰਣਨ ਕਰਨਾ ਆਰੰਭ ਕਰਦਾ ਹਾਂ। ਹੋਵੇ ਬਿਘਨ ਨਿਕੰਦ। ਸਾਰੇ ਹੀ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਵਿਘਨ ਜਿਹੜੇ ਆ ਉਹ ਕੱਟੇ ਜਾਣ, ਸਾਰੇ ਵਿਘਨ ਜਿਹੜੇ ਆ ਉਹ ਨਾਸ਼ ਹੋ ਜਾਣ। ਇਹ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਵਿਘਨਾਂ ਨੂੰ ਆਪ ਨਾਸ਼ ਕਰ ਦਿਓ। ਇਉਂ ਕਵੀਰਾਜ ਜੋਦੜੀ ਕਰਦੇ ਆ, ਨਾਲ ਬੇਨਤੀ ਕਰਦੇ ਹੋਏ ਕਹਿੰਦੇ ਆ ਕਿ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੀ ਜਿਹੜੀ ਕਥਾ ਹੈ ਨਾ, ਇਹ ਗੁਰਸਿੱਖੋ ਗੁਣਾਂ ਦਾ ਘਰ ਵੈ। ਸਭ ਗੁਣ ਪ੍ਰਾਪਤ ਹੋ ਜਾਂਦੇ ਜਿਹੜੇ ਸਤਿਗੁਰਾਂ ਦੇ ਪਵਿੱਤਰ ਜੀਵਨ ਦੀ ਕਥਾ ਸਰਵਣ ਕਰਦੇ ਐ। ਇਉਂ ਸਾਰੇ ਸੁੱਖਾਂ ਦੇ ਫਲ ਨੂੰ ਦੇਣ ਵਾਲੀ ਹੈ, ਸੰਸਾਰਿਕ ਸੁੱਖਾਂ ਨੂੰ ਵੀ ਤੇ ਆਤਮਿਕ ਆਨੰਦ ਦੇ ਵੱਡੇ ਸੁੱਖ ਨੂੰ ਦੇਣ ਵਾਲੀ ਹੈ ਸੱਚੇ ਪਾਤਸ਼ਾਹ ਦੇ ਪਵਿੱਤਰ ਜੀਵਨ ਦੀ ਕਥਾ। ਕਵੀਰਾਜ ਕਹਿੰਦੇ ਹੁਣ ਅਸੀਂ ਇਹ ਮਹਾਰਾਜ ਦੇ ਜੀਵਨ ਦੀ ਕਥਾ ਨੂੰ ਆਰੰਭ ਕਰਦੇ ਹਾਂ, ਜੋ ਇਸ ਪ੍ਰਕਾਰ ਕਹਿੰਦੇ ਮੇਰੇ ਸਾਰੇ ਵਿਘਨ ਜਿਹੜੇ ਆ ਨਾ ਉਹ ਨਾਸ਼ ਹੋ ਜਾਣ।
ਕਥਾ ਦੇ ਲਿਖਣ ਵਿੱਚ ਕੋਈ ਵੀ ਵਿਘਨ ਨਾ ਮਹਾਰਾਜ ਪਵੇ, ਐਸੀ ਕਿਰਪਾ ਕਰੋ। ਸ੍ਰੀ ਨਾਨਕ ਸੋ ਪ੍ਰਕਾਸ਼ ਮੈਂ, ਕਹਿੰਦੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਕਹੂੰ ਕਥਾ ਇਹ ਆਦ। ਆਦ ਦੇ ਆਰੰਭ ਵਿੱਚ ਕਹਿੰਦੇ ਇਹ ਕਥਾ ਮੈਂ ਕਹਾਂਗਾ। ਕਿਹੜੀ ਕਥਾ ਕਹਿਣਗੇ ਦੱਸਦੇ ਹਨ। ਅੰਗਦ ਬੋਲੇ ਕੋ ਮਿਲਨ, ਹਾਂਜੀ, ਅੰਗਦ ਬਾਲੇ ਕੋ ਮਿਲਨ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਭਾਈ ਬਾਲਾ ਜੀ ਨਾਲ ਜਿਵੇਂ ਮਿਲਾਪ ਹੁੰਦਾ ਹੈ, ਭਾਈ ਬਾਲਾ ਜੀ ਜਿਵੇਂ ਆ ਕਰਕੇ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ, ਹਜੂਰ ਨਾਲ ਜਿਵੇਂ ਮਿਲਾਪ ਹੁੰਦਾ ਏ। ਪੁਨ ਤਿਨ ਕੋ ਸੰਵਾਦ, ਫਿਰ ਸਤਿਗੁਰਾਂ ਜੀ ਦਾ ਜਿਹੜਾ ਸੰਵਾਦ ਗੱਲਬਾਤ ਹੁੰਦੀ ਹੈ ਭਾਈ ਬਾਲਾ ਜੀ ਦੇ ਨਾਲ, ਉਹ ਕਵਿਰਾਜ ਕਹਿੰਦੇ ਮੈਂ ਸਾਰੀ ਕਥਾ ਕਹਾਂਗਾ। ਚਾਉ ਪਈ ਪੁਨ ਸ੍ਰੀ ਨਾਨਕ ਜਨਮ ਸੁਹਾਵਾ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅਵਤਾਰ ਧਾਰਨ ਕੀਤਾ ਨਾ ਹਜੂਰ ਦਾ, ਬੜਾ ਸੋਹਣਾ ਜਿਹੜਾ ਅਵਤਾਰ ਹੋਇਆ ਹੈ ਇਸ ਸੰਸਾਰ ਦੇ ਅੰਦਰ। ਸ਼ੇਸ਼ ਲੀਲਾ ਬਹੁ ਨਰਨ ਦਿਖਾਵਾ, ਜਿਹੜੀ ਬਾਲਕ ਲੀਲਾ ਸਤਿਗੁਰਾਂ ਜੀ ਨੇ ਸੰਸਾਰ ਦੇ ਜੀਆਂ ਨੂੰ ਦਿਖਾਉਣਾ ਕੀਤੀ, ਹਜੂਰ ਦੇ ਅਵਤਾਰ ਦੀ ਕਥਾ ਕਵਿਰਾਜ ਕਹਿੰਦੇ ਕਹਾਂਗੇ। ਦੱਸ ਦਿੱਤਾ ਹੈ ਆਰੰਭ ਵਿੱਚ ਕਿ ਕਥਾ ਆਰੰਭ ਕਿੱਥੋਂ ਕਰਾਂਗੇ। ਭਾਈ ਬਾਲਾ ਜੀ ਦਾ ਗੁਰੂ ਅੰਗਦ ਸਾਹਿਬ ਨਾਲ ਮਿਲਾਪ ਕਥਨ ਕਰਾਂਗੇ। ਫਿਰ ਜੋ ਸੰਵਾਦ ਹੋਇਆ, ਉੱਥੇ ਜੋ ਗੱਲਬਾਤ ਹੋਈ ਹਜੂਰ ਦੀ ਹਜੂਰੀ ਵਿੱਚ ਖਡੂਰ ਸਾਹਿਬ, ਉਹ ਸਾਰੀ ਗੱਲਬਾਤ ਜਿਹੜੀ ਹੈ ਕਵਿਰਾਜ ਕਹਿੰਦੇ ਕਥਾ ਵਿੱਚ ਦੱਸਾਂਗੇ। ਫਿਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੁੰਦਰ ਅਵਤਾਰ ਹੋਇਆ ਹੈ, ਮਹਾਰਾਜ ਜੀ ਨੇ ਕਿਵੇਂ ਅਵਤਾਰ ਧਾਰਿਆ ਇਸ ਸੰਸਾਰ ਦੇ ਅੰਦਰ, ਹਜੂਰ ਦੇ ਅਵਤਾਰ ਦੀ ਕਥਾ ਕਵਿਰਾਜ ਕਹਿੰਦੇ ਕਹਾਂਗਾ। ਫਿਰ ਸੱਚੇ ਪਾਤਸ਼ਾਹ ਜੀ ਨੇ ਜੋ ਬਾਲਕ ਲੀਲਾ ਕੀਤੀ ਹੈ, ਗਰੀਬ ਨਵਾਜ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ ਵਿੱਚ ਹਜੂਰ ਜੋ ਬਾਲਕ ਅਵਸਥਾ ਵਿੱਚ ਖੇਡੇ ਹੈ, ਉਹ ਹਜੂਰ ਦੀ ਬਾਲ ਲੀਲਾ ਦੇ ਕੌਤਕ ਜਿਹੜੇ ਆ ਉਹ ਮੈਂ ਕਥਨ ਕਰਾਂਗਾ। ਸ਼ੇਸ਼ ਲੀਲਾ ਬਹੁ ਨਰਨ ਦਿਖਾਵਾ, ਜਿਹੜੀ ਸ਼ਿਸ਼ ਬਾਲਕ ਲੀਲਾ ਸਤਿਗੁਰਾਂ ਦੇ ਜੀਆਂ ਨੂੰ ਬਹੁਤੀ ਦਿਖਾਉਣਾ ਕੀਤੀ। ਕਹੋ ਕਥਾ ਕੀਏ ਮੋਦੀ ਖਾਨਾ। ਫਿਰ ਉਹ ਕਥਾ ਕਹਾਂਗੇ ਕਵਿਰਾਜ ਕਹਿੰਦੇ ਜਦੋਂ ਸਤਿਗੁਰਾਂ ਜੀ ਨੇ ਮੋਦੀ ਖਾਨਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਨੇ ਮੋਦੀ ਖਾਨੇ ਵਿੱਚ ਜਦੋਂ ਫਿਰ 13 ਦੀ ਰੱਟ ਲਾ ਕੇ ਸਾਰੀ ਗਰੀਬੀ ਰੋੜ ਦਿੱਤੀ ਸੱਚੇ ਪਾਤਸ਼ਾਹ ਨੇ, ਐਸੀ ਕਿਰਪਾ ਕੀਤੀ। ਉਹ ਕਥਾ ਕਹਿੰਦੇ ਸੁਲਤਾਨਪੁਰ ਲੋਧੀ ਦੀ ਕਹਾਂਗੇ। ਤਿਹ ਤਜ ਦੇਸ਼ ਬਿਲੋਕੇ ਨਾਨਾ। ਫਿਰ ਮੋਦੀ ਖਾਨਾ ਛੱਡ ਕੇ ਸਤਿਗੁਰਾਂ ਨੇ ਉਦਾਸੀ ਦੀ ਰੀਤ ਜਦੋਂ ਚਲਾਈ ਹੈ, ਨਾਨਾ ਪ੍ਰਕਾਰ ਦੇ ਦੇਸ਼ਾਂ ਦਾ ਰਟਨ ਕੀਤਾ, 9 ਖੰਡ ਦੀ ਪ੍ਰਥਮੀ ਦਾ। ਉਹ ਸਾਰੀ ਕਥਾ ਕਵਿਰਾਜ ਕਹਿੰਦੇ ਜਿੱਥੇ ਜਿੱਥੇ ਸਤਿਗੁਰਾਂ ਚਰਨ ਪਾਏ, ਉਹ ਸਾਰੀ ਕਥਾ ਮੈਂ ਕਹਾਂਗਾ। ਜਹ ਤਹ ਸਿੱਖੀ ਰੀਤ ਚਲਾਈ। ਜਿੱਥੇ ਕਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖੀ ਦੀ ਰੀਤ, ਸਿੱਖੀ ਦੀ ਮਰਿਆਦਾ ਚਲਾਉਣਾ ਕੀਤੀ। ਧੰਨ ਗੁਰੂ ਕਲਗੀਧਰ ਜੀ ਨੇ ਆਪਣੀ ਕਲਮ ਨਾਲ ਲਿਖਿਆ, 3 ਬੇਦੀਆਂ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਜਿੱਥੇ ਕਿੱਥੇ ਮਹਾਰਾਜ ਸਹਾਈ ਹੋਏ, ਕਵਿਰਾਜ ਕਹਿੰਦੇ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਏ, ਮਹਾਰਾਜ ਨੇ ਸਿੱਖੀ ਦਾ ਬੂਟਾ ਲਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਦਿਗਵਜਾਈ ਹੋਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਭਾਈ ਗੁਰਦਾਸ ਸਾਹਿਬ ਨੇ ਗਵਾਹੀ ਦਿੱਤੀ ਹੈ, ਗੜ ਬਗਦਾਦ ਨਵਾਏ ਕੈ, ਮੱਕਾ ਮਦੀਨਾ ਆਣ ਨਵਾਇਆ। ਸਭ ਝੁਕਾ ਤੇ ਸੱਚੇ ਪਾਤਸ਼ਾਹ ਨੇ ਜਿਹੜੇ ਮੱਕੇ ਦੇ ਛੱਜੇ ਹੈ, ਅੱਜ ਵੀ ਉਧਰ ਨੂੰ ਝੁਕੇ ਪਏ ਜਿੱਧਰ ਹਜੂਰ ਦੇ ਚਰਨ ਸਨ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ। ਜਿੱਥੇ ਜਿੱਥੇ ਸਤਿਗੁਰਾਂ ਜੀ ਨੇ ਚਰਨ ਪਾਏ, ਮਹਾਰਾਜ ਸਿੱਖੀ ਦਾ ਵਿਸਥਾਰ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਪੁਰ ਕਰਤਾਰ ਬਸੇ ਪੁਨ ਆਈ। ਫਿਰ ਕਰਤਾਰਪੁਰ ਸਾਹਿਬ ਸਤਿਗੁਰਾਂ ਜੀ ਨੇ ਜਦੋਂ ਉਦਾਸੀ ਦੀ ਰੀਤ ਲਾਤੀ, ਸਤਿਗੁਰਾਂ ਜੀ ਨੇ ਫਿਰ ਸੰਸਾਰੀ ਕੱਪੜੇ ਪਹਿਰ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਤ ਦੀ ਕਰਨ ਦੀ ਦਾਤ ਜਿਹੜੀ ਸੀ ਸਿੱਖਿਆ ਮਹਾਰਾਜ ਦ੍ਰਿੜਾਉਣਾ ਕੀਤੀ। ਕਰਤਾਰਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮੰਜੀ ਬੈਠ ਕੀਆ ਅਵਤਾਰਾ। ਭਾਈ ਗੁਰਦਾਸ ਜੀ ਦਾ ਕਥਨ ਹੈ, ਸਿੱਖੀ ਪਰਖੀ ਸਿੱਖਨ ਕੀ ਜਬ। ਜਦੋਂ ਫਿਰ ਸਿੱਖਾਂ ਦੀ ਸਿੱਖੀ ਪਰਖੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਸ੍ਰੀ ਅੰਗਦ ਕੋ ਤਖਤ ਦਿਓ ਤਬ। ਤੇ ਸਾਰਿਆਂ ਵਿੱਚੋਂ ਪਰਖ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਹਜੂਰ ਨੇ ਆਪ ਆਪਣੇ ਹੱਥੀਂ ਗੁਰਤਾ ਗੱਦੀ ਦਾ ਤਖਤ ਜਿਹੜਾ ਸੀ ਆਪਣੇ ਥਾਵੇਂ ਬਿਠਾ ਕੇ ਮਹਾਰਾਜ ਨੇ ਤਖਤ ਬਖਸ਼ਿਸ਼ ਕੀਤਾ। ਅਸ ਗੁਰ ਕੀਰਤ ਕਰਹੂੰ ਗ੍ਰੰਥ। ਕਹਿੰਦੇ ਇਹੋ ਜੀ ਗੁਰੂ ਜੀ ਦੀ ਕੀਰਤੀ ਦਾ ਮੈਂ ਗ੍ਰੰਥ ਜਿਹੜਾ ਹੈ ਨਾ, ਇਹ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ, ਉਹ ਕਰਨਾ ਕਰਾਂਗਾ। ਸੁਨ ਸੁਖ ਪਾਵੇ ਗੁਰ ਕੇ ਪੰਥ। ਗੁਰੂ ਜੀ ਦੇ ਪੰਥ ਵਿੱਚ ਜਿਹੜੇ ਆ ਨਾ ਸਿੱਖ, ਉਹ ਸੁਣ ਸੁਣ ਕੇ ਬੜਾ ਸੁਖ ਪਾਉਣਗੇ।
ਗੁਰਸਿੱਖ ਬਹੁਤ ਆਨੰਦ ਮਾਣਨਗੇ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣ ਸੁਣ ਕੇ। ਇਉਂ ਕਵੀਰਾਜ ਕਹਿੰਦੇ, ਮਹਾਰਾਜ ਦੇ ਪੰਥ ਰਸਤੇ ਤੇ ਚੱਲਣ ਵਾਲੇ, ਸਿੱਖੀ ਦੇ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸੁਣ ਸੁਣ ਕੇ, ਹਜੂਰ ਦਾ ਜਸ ਸੁਣ ਸੁਣ ਕੇ ਕਿਵੇਂ ਮਹਾਰਾਜ ਸਿੱਖ ਉਧਾਰੇ ਹੈ, ਕਿਵੇਂ ਕਲਿਆਣ ਕੀਤੀ ਹੈ, ਇਹ ਮਹਾਰਾਜ ਦੀ ਵਡਿਆਈ ਸੁਣ ਸੁਣ ਕੇ ਸਾਰੇ ਸਿੱਖ ਬੜਾ ਹੀ ਸੁੱਖ ਪਾਉਣਗੇ, ਬੜਾ ਹੀ ਆਨੰਦ ਮਾਣਨਗੇ। ਤੋ ਪ੍ਰਸੰਗ ਇਹ ਲੰਬਾ ਹੈ, ਆਪਾਂ ਜਿਹੜਾ ਹੈ ਉਹ ਕੱਲ ਨੂੰ ਇੱਥੋਂ ਫਿਰ ਆਰੰਭ ਕਰ ਲਵਾਂਗੇ। ਜਿਵੇਂ ਕਵੀਰਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਚੌਪੀਤੀਆਂ ਦੋ ਪੰਕਤੀਆਂ ਰਹਿੰਦੀਆਂ। ਚਲੋ ਪੜ੍ਹ ਦਿਓ। ਗੁਰ ਕੀਰਤ ਸਰਤਾ ਜਿਵ ਬਰਨੀ। ਫਿਰ ਕਹਿੰਦੇ ਗੁਰੂ ਜੀ ਦੀ ਜਿਹੜੀ ਕੀਰਤੀ ਹੈ ਨਾ, ਜਸ, ਇਹ ਨਦੀ ਦੀ ਤਰ੍ਹਾਂ ਮੈਂ ਵਰਣਨ ਕੀਤੀ ਹੈ। ਮੰਗਲ ਕਰਨ ਅਮੰਗਲ ਹਰਨੀ। ਇਹ ਮੰਗਲ ਖੁਸ਼ੀਆਂ ਦੇ ਕਰਨ ਵਾਲੀ ਹੈ ਤੇ ਗਮੀਆਂ ਦੇ ਨਾਸ਼ ਕਰਨ ਵਾਲੀ ਹੈ। ਜਿਹੜੇ ਝੋਰੇ ਹੈ, ਦੁੱਖ ਹੈ, ਗਮੀਆਂ ਹਨ, ਉਹਨਾਂ ਨੂੰ ਨਾਸ਼ ਕਰਨ ਵਾਲੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਵਿੱਤਰ ਜੀਵਨ ਦੀ ਕਥਾ ਜਿਵੇਂ ਇਹ ਸਿੱਧ ਕਰਨਗੇ। ਹੁਣ ਕਵੀਰਾਜ ਨਦੀ ਚੱਲਦੀ ਹੈ ਤੇ ਚੱਲਦੀ ਨਦੀ ਦਾ ਪ੍ਰਵਾਹ ਕਿਵੇਂ ਜਿਹੜਾ ਹੈ ਉਹ ਚੱਲਦਾ ਹੈ, ਤੇ ਉਹਦੇ ਚੱਲਣ ਕਰਕੇ ਕਿਵੇਂ ਕੰਢਿਆਂ ਦੀਆਂ ਢਿੱਗਾਂ ਡਿੱਗਦੀਆਂ, ਰੁੱਖ ਡਿੱਗਦੇ ਹੈ। ਇਸ ਤਰ੍ਹਾਂ ਗੁਰੂ ਜੀ ਦੇ ਜਸ ਦਾ ਪ੍ਰਵਾਹ ਚੱਲਦਾ ਹੈ। ਇਉਂ ਪ੍ਰਮਾਣ ਦੇ ਕੇ ਕਵੀਰਾਜ ਜੀ ਜਿਹੜਾ ਉਹ ਦੱਸਣਗੇ ਫਿਰ ਉਹਨਾਂ ਦੇ ਅੰਦਰ ਕੀ ਕੁਝ ਵਰਤਦਾ ਹੈ। ਇਹ ਕੱਲ ਨੂੰ ਜਿਵੇਂ ਕਥਾ ਆਵੇਗੀ ਸਰਵਣ ਕਰਾਂਗੇ। ਕੱਲ ਦਾ ਸਵੇਰ ਦਾ ਦੀਵਾਨ ਜਿਹੜਾ, ਕਿਉਂਕਿ ਸਿੰਘਾਂ ਨੇ ਇੱਛਾ ਕੀਤੀ ਸੀ, ਭਾਵੇਂ ਤਾਂ ਮਨ ਸੀਗਾ ਕਿ ਸ਼ਾਮ ਦੇ ਦੀਵਾਨ ਵਿੱਚ ਹੀ ਸਤਿਗੁਰਾਂ ਜੀ ਦੇ ਜੋਤੀ ਜੋਤ ਪੁਰਬ ਦੀ ਕਥਾ ਇਕੱਠੀ ਹੋ ਜਾਵੇ, ਪਰ ਸਿੰਘਾਂ ਨੇ ਹੁਕਮ ਕੀਤਾ ਕਿ ਸਤਿਗੁਰਾਂ ਜੀ ਦੇ ਜੋਤੀ ਜੋਤ ਸਮਾਉਣ ਗੁਰਪੁਰਬ ਦੀ ਜਿਹੜੀ ਕਥਾ ਹੈ ਉਹ ਵੱਖਰੀ ਕੀਤੀ ਜਾਵੇ। ਇਸ ਕਰਕੇ ਕੱਲ ਨੂੰ ਸਵੇਰ ਨੂੰ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਦੀਵਾਨ ਜਿਹੜਾ ਹੈ ਉਹ ਸਜਾਵਾਂਗੇ ਤੇ ਸਤਿਗੁਰਾਂ ਜੀ ਦੇ ਜੋਤੀ ਜੋਤ ਸਮਾਉਣ ਦੀ ਜਿਹੜੀ ਕਥਾ ਹੈ ਉਹ ਆਪ ਸੰਗਤਾਂ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਸੱਚੇ ਪਾਤਸ਼ਾਹ ਮਹਾਰਾਜ ਹੋਈਆਂ ਭੁੱਲਾਂ ਗਰੀਬ ਨਵਾਜ ਆਪ ਮਿਹਰ ਕਰਕੇ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗੁਰ ਕੀਰਤ ਸਰਤਾ ਜਿਵ ਬਰਨੀ। ਮੰਗਲ ਕਰਨ ਅਮੰਗਲ ਹਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुण तास। हे संगी हे निरंकार हे निर्गुण सब टेक। हे गोबिंद हे गुण निधान जाकै सदा बबेक। हे अपरंपर हर हरे है पी होवन हार। हे संतह कै सदा संग निधारा आधार। हे ठाकुर हूँ दासरो मैं निर्गुण गुण नहीं कोय। नानक दीजै नाम दान राखो हियै परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो तरे पार। जो शरधा कर सेम दे गुर पार उतारन हार। कथा निता प्रत होत है सुनो सो सिंह सो जान। नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। वाहिगुरु जी का खालसा, वाहिगुरु जी की फतेह।